ਤੇ ਅੱਜ ਵੀ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਵਿਦੇਸ਼ਾਂ 'ਚ ਜਾ ਕੇ ਰੋਲਣ ਲਈ ਮਜਬੂਰ ਹੈ। ਕੀ ਕਾਰਨ ਹੈ? ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਰਹੇ ਜਾਂ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਨਹੀਂ ਜਾ ਰਹੇ। 92% ਭਾਰਤ ਦੇ ਵਿੱਚ ਅਨਆਰਗੇਨਾਈਜ਼ ਸੈਕਟਰ ਦੇ ਵਿੱਚ ਕੰਮ ਕਰਦੇ ਆ ਲੋਕ। ਮਤਲਬ ਕੋਈ ਫੈਕਟਰੀ ਕੋਈ ਕੰਪਨੀ ਨਹੀਂ ਹੈ, ਸਿਰਫ ਦਿਹਾੜੀ ਮਜ਼ਦੂਰੀ ਕਿਤੇ। ਉਹਨਾਂ 92% ਦਾ ਕਦੇ ਖਿਆਲ ਨਹੀਂ ਰੱਖਿਆ ਸਰਕਾਰਾਂ ਨੇ। ਮਨਦੀਪ, ਤੁਸੀਂ ਇੱਕ ਗੱਲ ਕਹੀ ਹੈ ਕਿ ਸਰਕਾਰ ਜਿਹੜੀ ਆ ਉਹ ਸਾਰਿਆਂ ਨੂੰ ਨੌਕਰੀ ਨਹੀਂ ਦੇ ਸਕਦੀ, ਪਰ ਜਿਹੜੇ ਨੈੱਟ ਤੇ ਟੈਟ ਕਲੀਅਰ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਉਹਨਾਂ ਨੂੰ ਵੀ ਨੌਕਰੀ ਲੈਣ ਲਈ ਧਰਨਾ ਲਾਉਣਾ ਪੈ ਰਿਹਾ ਹੈ ਕਿ ਮੋਦੀ ਸਰਕਾਰ ਨੇ ਜੋ 25,000 ਕਰੋੜ ਤੋਂ ਵੱਧ ਕਿਸੇ ਫੈਕਟਰੀ ਤੇ ਕੰਪਨੀ ਤੇ ਕਰਜ਼ਾ ਹੈ ਉਹ ਤਾਂ ਮਾਫ ਕਰਤਾ। ਮਤਲਬ ਵੱਡੀਆਂ ਕੰਪਨੀਆਂ ਦੇ ਮਾਫ ਕਰਤੇ, ਜੋ 25,000 ਕਰੋੜ ਤੋਂ ਘੱਟ ਹੈ ਉਹਨਾਂ ਦੇ ਮਾਫ ਨਹੀਂ ਕੀਤੇ। ਸਾਡੇ ਜਿਹੜੇ ਨੇਤਾ ਨੇ ਹਨਾ, ਉਹ ਜਿਹੜੇ ਪੜ੍ਹੇ ਲਿਖੇ ਨਹੀਂ ਆ, ਉਹ ਵੀ ਮੰਤਰੀ ਬਣੇ ਬੈਠੇ ਨੇ, ਉਹ ਹਨਾ ਸਿੱਖਿਆ ਨੀਤੀਆਂ ਬਣਾ ਰਹੇ ਨੇ, ਪਰ ਇੱਕ PhD ਹੋਲਡਰ ਜਿਹੜਾ ਆ ਉਹ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਜੋ ਇਹ GST ਨਾਲ ਇਹ ਗੱਲ ਕਰਦੇ ਸੀਗੇ, ਨੋਟਬੰਦੀ ਨਾਲ ਇਹ ਗੱਲ ਕਰਦੇ ਸੀ ਅੱਤਵਾਦ ਖਤਮ ਹੋਏਗੀ, ਅਸੀਂ ਇਹ ਬਹਾਨਾ ਬਣਾਇਆ ਸੀ ਇਹਨਾਂ ਨੇ। ਜੰਮੂ ਕਸ਼ਮੀਰ ਤਾਂ ਕੰਮ ਉਵੇਂ ਚੱਲੀ ਜਾਂਦਾ, ਕੁਛ ਵੀ ਨਹੀਂ ਹੋਇਆ। ਪੰਜਾਬ ਦੀ ਸਬਜ਼ੀ ਦਾ ਐਕਸਪੋਰਟ ਨਹੀਂ ਹੋ ਰਿਹਾ, ਪੰਜਾਬ ਦੀ ਕਿਸੇ ਵੀ ਸੈਂਸਿਟਿਵ ਫਸਲ ਜਿਹੜੀ ਇੱਕ ਦੋ ਦਿਨਾਂ ਵਿੱਚ ਖਰਾਬ ਹੁੰਦੀ ਹੈ ਉਹਦਾ ਐਕਸਪੋਰਟ ਨਹੀਂ ਹੋ ਰਿਹਾ, ਤੇ ਪੰਜਾਬ ਦਾ ਕਿਸਾਨ ਕਰੇਗਾ ਕੀ? ਜ਼ਿੰਦਾਬਾਦ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਸਿਮਰਾ ਸਵਾਗਤ ਕਰਦਾ ਹਾਂ। ਬੇਰੁਜ਼ਗਾਰੀ ਇੱਕ ਬਹੁਤ ਵੱਡਾ ਮਸਲਾ ਹੈ। ਪੰਜਾਬ ਦੀ ਜਵਾਨੀ ਬੇਰੁਜ਼ਗਾਰੀ ਕਰਕੇ ਵਿਦੇਸ਼ੀ ਮੰਡੀਆਂ 'ਚ ਜਾ ਕੇ ਰੁਲਣ ਲਈ ਮਜਬੂਰ ਹੈ। ਇਸ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਪੈਰਾਮਿਲਟਰੀ ਫੋਰਸਿਸ ਦੇ ਸਾਬਕਾ ਸਬ ਇੰਸਪੈਕਟਰ ਅਤੇ ਮੋਟੀਵੇਸ਼ਨਲ ਬੁਲਾਰੇ ਬਾਈ ਮਨਦੀਪ ਸਿੰਘ ਮਿੰਟੂ ਗਿੱਲ ਜੀ। ਮਨਦੀਪ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਤਾਂ ਮਨਦੀਪ, ਕਿਹਾ ਜਾਂਦਾ ਕਿ ਪੰਜਾਬ ਹਮੇਸ਼ਾ ਹੀ ਉੱਜੜ ਕੇ ਵਸਦਾ ਆਇਆ, ਚਾਹੇ ਆਪਾਂ ਮੁਗਲ ਕਾਲ ਦੀ ਗੱਲ ਕਰੀਏ ਜਾਂ ਬ੍ਰਿਟਿਸ਼ ਸਾਮਰਾਜ ਦੀ ਜਾਂ 90 ਦੇ ਦਹਾਕੇ ਦੀ ਗੱਲ ਕਰੀਏ, ਪੰਜਾਬ ਹਮੇਸ਼ਾ ਹੀ ਉੱਜੜ ਕੇ ਵਸਦਾ ਆਇਆ। ਅਤੇ ਅੱਜ ਵੀ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਵਿਦੇਸ਼ਾਂ 'ਚ ਜਾ ਕੇ ਰੋਲਣ ਲਈ ਮਜਬੂਰ ਹੈ। ਕੀ ਕਾਰਨ ਹੈ? ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਰਹੇ ਜਾਂ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਨਹੀਂ ਜਾ ਰਹੇ। ਦੇਖੋ, ਬਹੁਤ ਵੱਡੀ ਗੱਲ ਤੁਸੀਂ ਕੀਤੀ ਹੈ। ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਦਾ ਹਾਂ ਇਤਿਹਾਸ ਤੋਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਦੌਰਾਨ ਯੂਰਪ ਤੋਂ ਫਰਾਂਸੀਸੀ, ਇਟਾਲੀਅਨ ਅਤੇ ਹੋਰ ਦੇਸ਼ਾਂ ਦੇ ਬਹੁਤ ਸਾਰੇ ਲੋਕ ਉਸ ਦੇ ਰਾਜ ਦਰਬਾਰ ਦੇ ਵਿੱਚ ਨੌਕਰੀ ਕਰਦੇ ਸਨ। ਫਿਰ ਅੰਗਰੇਜ਼ਾਂ ਦੇ ਪੂਰੇ ਸ਼ਾਸਨ ਕਾਲ ਦੇ ਦੌਰਾਨ 200 ਸਾਲ ਸ਼ਾਸਨ ਕਾਲ ਰਿਹਾ ਹੈ ਭਾਰਤ ਦੇ ਉੱਪਰ, ਪੰਜਾਬ ਦੇ ਉੱਪਰ 100 ਸਾਲ ਰਾਜ ਕੀਤਾ ਉਹਨਾਂ ਨੇ। ਬੜੇ ਹੀ ਵਿਦੇਸ਼ੀਆਂ ਨੇ ਇੱਥੇ ਆ ਕੇ ਨੌਕਰੀਆਂ ਕੀਤੀਆਂ ਅਤੇ ਇੱਕ ਅੰਕੜੇ ਦੇ ਮੁਤਾਬਕ ਕਈ ਟ੍ਰਿਲੀਅਨ ਡਾਲਰ ਪਾਉਂਡ ਉਹ ਆਪਣੇ ਦੇਸ਼ ਵਿੱਚੋਂ ਲੈ ਗਏ। ਫਿਰ ਉਸ ਤੋਂ ਬਾਅਦ ਸਾਨੂੰ ਆਜ਼ਾਦੀ ਮਿਲਦੀ ਹੈ ਅਤੇ ਆਜ਼ਾਦੀ ਤੋਂ ਬਾਅਦ ਸਾਡੀਆਂ ਸਰਕਾਰਾਂ ਉਹ ਮੌਕੇ ਸੰਭਾਲ ਨਹੀਂ ਸਕੀਆਂ। ਜਿਵੇਂ ਕਹਿ ਲਓ ਨਾ, ਭਾਰਤੀ ਸਰਕਾਰ ਆਈ ਅੰਗਰੇਜ਼ ਜਾਣ ਤੋਂ ਬਾਅਦ, ਉਹ ਮੌਕੇ ਸੰਭਾਲ ਨਹੀਂ ਸਕੀਆਂ। ਨਾ ਹੀ ਇੰਡਸਟਰੀ ਪੰਜਾਬ ਦੇ ਵਿੱਚ ਪੈਦਾ ਕੀਤੀ ਗਈ ਕੇਂਦਰ ਦੀ ਸਰਕਾਰ ਵੱਲੋਂ। ਪਾਕਿਸਤਾਨ ਅਤੇ ਹੋਰ ਗੁਆਂਢੀ ਮੁਲਕਾਂ ਦੇ ਨਾਲ ਸੰਬੰਧ ਉਹਨੇ ਸੁਖਾਵੇਂ ਨਹੀਂ ਰਹੇ। ਸੁਖਾਵੇਂ ਨਾ ਹੋਣ ਕਰਕੇ ਪੰਜਾਬ ਬਾਰਡਰ ਸਟੇਟ ਸੀ ਅਤੇ ਇੱਥੇ ਇੰਡਸਟਰੀ ਭਾਰਤ ਨੇ ਖੜੀ ਨਹੀਂ ਕੀਤੀ ਅਤੇ ਪੰਜਾਬੀਆਂ ਨੂੰ ਨੁਕਸਾਨ ਹੋਇਆ, ਕਿਉਂਕਿ ਖੇਤੀ ਦੇ ਆਧਾਰ 'ਤੇ ਅਸੀਂ ਕਿੰਨਾ ਕੁ ਚਿਰ ਰਹਿ ਸਕਦੇ ਹਾਂ। ਖੇਤੀ ਦੇ ਵਿੱਚ ਛੁਪੀ ਹੋਈ ਬੇਰੁਜ਼ਗਾਰੀ ਪੈਦਾ ਹੋ ਜਾਂਦੀ ਹੈ, ਉਹ ਬਹੁਤ ਨੁਕਸਾਨਦੇਹ ਹੁੰਦੀ ਹੈ। ਅਤੇ ਫਿਰ ਪੰਜਾਬ ਦੇ ਵਿੱਚ ਅੱਤਵਾਦ ਆ ਜਾਂਦੀ ਹੈ, ਖਾੜਕੂਵਾਦ ਜਿਹਨੂੰ ਕਹਿ ਲਓ, ਕੁਛ ਵੀ ਤੁਸੀਂ ਨਾਂ ਦੇ ਦਿਓ। ਪੰਜਾਬ ਦਾ ਮਾਹੌਲ ਖ਼ਰਾਬ ਹੋ ਗਿਆ ਅਤੇ ਪੰਜਾਬ ਦੇ ਬੱਚੇ ਬਾਹਰ ਜਾਣ ਲੱਗ ਗਏ ਅਤੇ ਇੰਡਸਟਰੀ 'ਤੇ ਲੱਗਣੀ ਕੀ ਸੀ। ਫਿਰ ਉਸ ਤੋਂ ਬਾਅਦ ਕੀ ਹੋਇਆ, ਰੁਝਾਨ ਬਾਹਰ ਦਾ ਬਣ ਗਿਆ। ਕਿਉਂਕਿ ਸਰਕਾਰੀ ਨੌਕਰੀਆਂ ਦੀ ਕਮੀ ਆਈ, ਭਾਰੀ ਕਮੀ ਆਈ, ਅਤੇ ਪ੍ਰਾਈਵੇਟ ਨੌਕਰੀਆਂ ਜਿਹੜੀਆਂ ਮਿਲ ਰਹੀਆਂ ਸਨ ਸਕੂਲਾਂ ਦੇ ਵਿੱਚ ਜਾਂ ਮਾਲ ਦੇ ਵਿੱਚ ਜਾਂ ਕਿਸੇ ਕੰਪਨੀ ਦੇ ਵਿੱਚ, ਵੱਡੀ ਪ੍ਰੋਬਲਮ ਇਹ ਰਹੀ ਕਿ ਉਹਨਾਂ ਕੰਪਨੀਆਂ ਨੇ ਦਿੱਤੀ ਹੋਈ ਉਜਰਤ ਨਹੀਂ ਦਿੱਤੀ, ਉਹਨਾਂ ਨੂੰ ਬਣਦੀ ਉਜਰਤ ਨਹੀਂ ਦਿੱਤੀ। ਜੋ ਸੈਲਰੀ ਦੇਣੀ ਚਾਹੀਦੀ ਸੀ 18,000 20,000, ਉਹਨਾਂ ਨੇ 5 7 10,000 ਤੱਕ ਸੀਮਿਤ ਕਰ ਲਈ, ਅਤੇ ਇੰਨੀ ਸੈਲਰੀ 'ਤੇ ਕੋਈ ਗੁਜ਼ਾਰਾ ਨਹੀਂ ਕਰ ਸਕਦਾ। ਇਸ ਕਰਕੇ ਪੰਜਾਬੀਆਂ ਨੇ ਬਾਹਰ ਦਾ ਰੁਖ ਕੀਤਾ। ਤਾਂ ਮਨਦੀਪ, ਇੱਕ ਗੱਲ ਹੋਰ ਹੈ ਇੱਥੇ ਨਾਲ ਕਿ ਪੰਜਾਬ ਦੇ ਵਿੱਚ ਲਗਭਗ 1200 ਰਜਿਸਟਰਡ ਆਈਲੈਟ ਸੈਂਟਰ ਨੇ। ਪੰਜਾਬ ਦੇ ਨੌਜਵਾਨ ਜਿਹੜੇ ਆ ਬਾਹਰ ਜਾਣ ਨੂੰ ਪਹਿਲ ਕਰਦੇ ਨੇ, ਪਰ ਜਿਹੜਾ IPS PCS ਜਾਂ ਹੋਰ ਸਰਕਾਰੀ ਜਿਹੜੇ ਅਹੁਦੇ ਨੇ ਉੱਥੇ ਪਹਿਲਾਂ ਵਿਰਾਜਮਾਨ ਰਹੇ ਨੇ, ਪਰ ਅੱਜ ਦੀ ਜਿਹੜੀ ਨੌਜਵਾਨੀ ਆ ਉਹ IPS ਜਾਂ PCS ਬਣਨ ਵੱਲ ਪਹਿਲ ਕਿਉਂ ਨਹੀਂ ਕਰਦੀ? ਉਹਨਾਂ ਟੈਸਟਾਂ ਦੀ ਤਿਆਰੀ ਕਿਉਂ ਨਹੀਂ ਕਰਦੀ? ਇਹਦੇ ਪਿੱਛੇ ਕੀ ਕਾਰਨ ਹੈ? ਦੇਖੋ, ਇੱਕ ਨਾ ਕਹਾਵਤ ਅੱਜ ਕੱਲ੍ਹ ਇੱਕ ਨਵੀਂ ਬਣ ਗਈ ਹੈ ਕਿ ਕਹਿੰਦੇ ਤੁਸੀਂ ਬਿਹਾਰ ਦੇ ਵਿੱਚ ਕਿਸੇ ਵੱਡੇ ਸ਼ਹਿਰ ਦੇ ਵਿੱਚ ਤੁਰੇ ਜਾਂਦੇ ਹੋ ਨਾ, ਪਟਨਾ ਵਰਗੇ ਸ਼ਹਿਰ ਦੇ ਵਿੱਚ, ਤਾਂ ਉੱਥੇ ਹੋਰਡਿੰਗਸ ਹੁੰਦੀ ਹੈ, ਬੋਰਡ ਲੱਗੇ ਆ ਵੱਡੇ ਵੱਡੇ ਵੀ ਕਿਵੇਂ IAS ਬਣਨਾ, IAS ਕੋਚਿੰਗ ਸੈਂਟਰ ਖੁੱਲ੍ਹੇ ਹੁੰਦੇ ਆ।
ਤੇ ਜੇ ਤੁਸੀਂ ਅਹਿਮਦਾਬਾਦ ਗੁਜਰਾਤ ਦੇ ਵਿੱਚ ਉਹਨਾਂ ਦੀ ਸੜਕਾਂ ਤੇ ਤੁਰ ਰਹੇ ਹੋ ਤਾਂ ਤੁਹਾਨੂੰ IIM ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਬੋਰਡ ਲੱਗੇ ਆ ਵੀ ਤੁਸੀਂ ਇਹਦੀ ਕੋਚਿੰਗ ਦੀ ਤਿਆਰੀ ਕਿਵੇਂ ਕਰਨੀ ਹੈ, ਕਿਉਂਕਿ ਉਹ ਬਿਜ਼ਨਸ ਮਾਈਂਡਡ ਪੀਪਲ ਨੇ, ਬਿਜ਼ਨਸ ਕਰਨਾ ਪਸੰਦ ਕਰਦੇ ਨੇ। ਤੇ ਪੰਜਾਬ ਦੇ ਵਿੱਚ ਆਉਣੇ ਆ ਤੁਸੀਂ ਤਾਂ ਆਈਲੈਟਸ ਦੇ ਬੋਰਡ ਕਿਸੇ ਵੀ ਛੋਟੇ ਸ਼ਹਿਰ ਤੋਂ ਲੈ ਲਓ ਵੱਡੇ ਸ਼ਹਿਰ ਤੱਕ ਆਈਲੈਟਸ ਦੇ ਬੋਰਡ ਲੱਗੇ ਆ, ਕਿਤੇ IES ਦਾ, ਕਿਤੇ IIM ਦਾ, IIT ਦਾ ਬੋਰਡ ਨਹੀਂ ਲੱਗਿਆ ਹੈ। ਇਹ ਪੰਜਾਬੀਆਂ ਦੀ ਬੌਧਿਕ ਨਿਘਾਰ ਦੀ ਇੱਕ ਨਿਸ਼ਾਨੀ ਹੈ ਤੇ ਮੈਂ ਸਮਝਦਾ ਕਿ ਇਸ ਤੋਂ ਵੱਡਾ ਬੌਧਿਕ ਨਿਘਾਰ ਪੰਜਾਬੀਆਂ ਦਾ ਨਹੀਂ ਹੋ ਸਕਦਾ। ਉਹ ਧਰਤੀ ਜਿੱਥੇ ਵੇਦ ਰਚੇ ਗਏ, ਉਹ ਧਰਤੀ ਜਿੱਥੇ ਯੂਨੀਵਰਸਿਟੀ ਪਹਿਲੀ ਟੈਕਸਲਾ ਯੂਨੀਵਰਸਿਟੀ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਬਣੀ, ਉਹ ਧਰਤੀ ਜਿੱਥੇ ਅਵਤਾਰ ਪੈਦਾ ਹੋਏ, ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ, ਇਨਲਾਈਟਡ ਪੀਪਲ ਸਿੱਖ ਪੈਦਾ ਹੋਏ, ਉਹੋ ਜਿਹੀ ਧਰਤੀ 'ਤੇ ਅੱਜ ਬੌਧਿਕ ਪਤਨ ਹੋ ਗਿਆ। ਬਹੁਤ ਹੀ ਨਿਰਾਸ਼ਾ ਵਾਲੀ ਗੱਲ ਹੈ। ਤਾਂ ਮਨਦੀਪ ਇੱਕ ਹੋਰ ਕਾਰਨ ਕਿਹਾ ਜਾਂਦਾ ਕਿ ਹੈ ਨਾ ਇੰਡਸਟਰੀ ਪੰਜਾਬ ਦੇ ਵਿੱਚ ਨਹੀਂ ਆ ਤਾਂ ਜਿਹੜੇ ਪੰਜਾਬੀ ਆ ਉਹ ਬਾਹਰ ਤਾਂ ਰੁੱਖ ਕਰ ਰਹੇ ਨੇ। ਤਾਂ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਪੁਨਰਗਠਨ ਵੇਲੇ ਦੀ 1966 ਤੋਂ ਪਹਿਲਾਂ ਪੰਜਾਬ ਦੇ ਵਿੱਚ ਫਰੀਦਾਬਾਦ ਇੰਡਸਟਰੀ ਦਾ ਹੱਬ ਹੋਇਆ ਕਰਦੀ ਸੀ। ਉਸ ਤੋਂ ਬਾਅਦ ਫਰੀਦਾਬਾਦ ਹਰਿਆਣਾ 'ਚ ਚਲਾ ਗਿਆ ਜਦੋਂ ਪੰਜਾਬੀ ਸੂਬਾ ਬਣਦਾ। ਤਾਂ ਇੰਡਸਟਰੀ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਉਹ ਕਮੀ ਆਈ ਆ। ਉਹਦੇ ਪਿੱਛੇ ਜਿਹੜਾ ਆ ਕੀ ਕਾਰਨ ਹੈ ਵੀ ਇੰਡਸਟਰੀ 'ਚ ਕਿਉਂ ਕਮੀ ਆਈ ਹੈ, ਇਹਦੇ ਪਿੱਛੇ ਕੀ ਕਾਰਨ ਹੈ ਮੈਂ ਪੁੱਛਣਾ ਚਾਹੂੰਗਾ। ਦੇਖੋ ਫਰੀਦਾਬਾਦ ਅਗਰ ਪੰਜਾਬ ਕੋਲੇ ਸੀ ਤਾਂ ਉਹ ਫਰੀਦਾਬਾਦ ਵਿੱਚ ਜਾਂ ਤਾਂ ਦਿੱਲੀ ਦੇ ਲੋਕ ਕੰਮ ਕਰਦੇ ਸਨ ਜਾਂ ਉਸ ਦੇ ਨਾਲ ਲੱਗਦੇ ਏਰੀਏ ਦੇ ਲੋਕ ਕੰਮ ਕਰਦੇ ਸਨ। ਫਰੀਦਾਬਾਦ ਤੁਹਾਨੂੰ ਪਤਾ ਵੀ ਦਿੱਲੀ ਦੇ ਨਾਲ ਲੱਗਦਾ ਏਰੀਆ, ਉਹ NCR ਦੇ ਲੋਕ ਹੀ ਕੰਮ ਕਰਦੇ ਸਨ। ਉਦੋਂ ਵੀ ਪੰਜਾਬ ਦੇ ਖਿੱਤੇ ਦੇ ਲੋਕਾਂ ਨੂੰ ਉੱਥੋਂ ਰੁਜ਼ਗਾਰ ਨਹੀਂ ਮਿਲਦਾ ਸੀ। ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਲੋਕਲ ਇੰਡਸਟਰੀ ਸੀ ਉਦੋਂ, ਜਿਵੇਂ ਕਿ ਲੁਧਿਆਣੇ ਦੇ ਵਿੱਚ ਹੱਬ ਸੀਗੀ, ਜਲੰਧਰ ਹੱਬ ਸੀ ਇੰਡਸਟਰੀ ਦਾ, ਅੰਮ੍ਰਿਤਸਰ ਹੱਬ ਸੀ, ਮੰਡੀ ਗੋਇੰਦਵਾਲ ਅਤੇ ਛੋਟੇ ਸ਼ਹਿਰਾਂ ਵਿੱਚ ਵੀ ਇੰਡਸਟਰੀ, ਧਾਗਾ ਮਿੱਲਾਂ ਸੀਗੀਆਂ, ਇਹੋ ਜਿਹੀ ਇੰਡਸਟਰੀ ਸੀਗੀ। ਉਹ ਨਰਮੇ ਦੇ ਜਾਣ ਦੇ ਨਾਲ ਕੀ ਹੋਇਆ ਵੀ ਉਹ ਇੰਡਸਟਰੀ ਬੰਦ ਹੋ ਗਈ। ਫਿਰ ਕੇਂਦਰ ਸਰਕਾਰ ਸੀ, ਜੋ ਵੀ ਕੇਂਦਰ ਸਰਕਾਰ ਆਈ ਹੈ ਉਹਨੇ ਪੰਜਾਬ ਨਾਲ ਮਤਰੇਈ ਮਾਂ ਦਾ ਸਲੂਕ ਕੀਤਾ ਹੈ, ਕਿਉਂਕਿ ਇੰਡਸਟਰੀ ਪੰਜਾਬ ਦੇ ਵਿੱਚ ਪੈਦਾ ਨਹੀਂ ਕੀਤੀ ਉਹਨਾਂ ਨੇ। ਕੀ ਹੋਇਆ, ਪੰਜਾਬ ਖੇਤੀ ਓਰੀਐਂਟ ਸੂਬਾ ਸੀ, ਇੱਥੇ ਫੂਡ ਪ੍ਰੋਸੈਸਿੰਗ ਦੇ ਕਾਰਖਾਨੇ ਲੱਗਣੇ ਚਾਹੀਦੇ ਸਨ। ਜੋ ਅਸੀਂ ਕਣਕ ਬਾਹਰ ਭੇਜਦੇ ਹਾਂ, ਝੋਨਾ ਬਾਹਰ ਭੇਜਦੇ ਹਾਂ, ਜਾਂ ਕੁਛ ਹੋਰ ਪ੍ਰੋਡਕਟ ਮੱਕੀ ਬਾਜਰਾ ਕੁਛ ਵੀ ਬਾਹਰ ਭੇਜਦੇ ਹਾਂ ਦੂਜੀਆਂ ਸਟੇਟਾਂ ਨੂੰ, ਅਸੀਂ ਉਹਨੂੰ ਪ੍ਰੋਸੈਸ ਕਰਕੇ ਉਹਦੇ ਬਿਸਕੁਟ ਬਣਾ ਕੇ ਉਹਦੀਆਂ ਖਾਦ ਪਦਾਰਥ ਹੋਰ ਬਣਾ ਕੇ ਕਿਉਂ ਨਹੀਂ ਭੇਜ ਸਕਦੇ। ਆਹ ਬੋਰਡ ਦੇਖੋ ਤੁਸੀਂ, ਉੱਥੇ ਸੰਤਰਾ ਜ਼ਿਆਦਾ ਹੁੰਦਾ, ਕਿੰਨੂ ਜ਼ਿਆਦਾ ਹੁੰਦਾ, ਪਰ ਉੱਥੇ ਇੰਡਸਟਰੀ ਦੀ ਬਹੁਤ ਵੱਡੀ ਕਮੀ ਹੈ। ਅਸੀਂ ਸਿੱਧਾ ਕਿੰਨੂ ਐਕਸਪੋਰਟ ਕਰ ਸਕਦੇ ਹਾਂ, ਅਸੀਂ ਜੂਸ ਬਣਾ ਕੇ ਐਕਸਪੋਰਟ ਨਹੀਂ ਕਰ ਸਕਦੇ। ਜੂਸ ਬਣੇਗਾ ਤਾਂ ਇੱਥੇ ਕੀ ਰੁਜ਼ਗਾਰ ਪੈਦਾ ਹੋਏਗਾ, ਕਿੰਨਾ ਰੁਜ਼ਗਾਰ ਮਿਲੇਗਾ ਉਸ ਏਰੀਏ ਦੇ ਲੋਕਾਂ ਨੂੰ, ਪਰ ਸਿੱਧਾ ਜਾਣ ਨਾਲ ਉਹ ਰੁਜ਼ਗਾਰ 'ਚ ਕਮੀ ਆ ਜਾਂਦੀ ਹੈ। ਦੇਖੋ ਪੰਜਾਬ ਦੇ ਵਿੱਚ ਮਿਲਕ ਦੁੱਧ ਬਹੁਤ ਪੈਦਾ ਹੁੰਦਾ ਹੈ, ਪਰ ਸਾਡੇ ਕੋਲ ਵੱਡੀ ਡੈਰੀ ਕੋਈ ਨਹੀਂ ਹੈ ਪੰਜਾਬ ਲੈਵਲ 'ਤੇ। ਇੱਕ ਮੋਗੇ ਦੇ ਵਿੱਚ ਨੈਸਲੇ ਹੈ, ਇਹੋ ਜਿਹੀਆਂ ਡੈਰੀਆਂ ਹੋਰ ਖੁੱਲ੍ਹਣੀਆਂ ਚਾਹੀਦੀਆਂ ਹਨ ਤਾਂ ਜੋ ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਮਿਲ ਸਕੇ, ਇੱਥੇ ਹੀ ਰੁਜ਼ਗਾਰ ਮਿਲ ਸਕੇ, ਬਾਹਰ ਦਾ ਰੁੱਖ ਨਾ ਕਰਨਾ। ਤਾਂ ਮਨਦੀਪ ਇੱਕ ਗੱਲ ਹੋਰ ਕਹੀ ਜਾਂਦੀ ਹੈ ਕਿ ਪੰਜਾਬ ਜਿਹੜਾ ਸਰਹੱਦੀ ਸੂਬਾ ਹੈ ਨਾ, ਤਾਂ ਸਰਹੱਦੀ ਸੂਬਾ ਹੋਣ ਕਰਕੇ ਵੀ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਇੰਡਸਟਰੀ ਲਾਉਣ ਤੋਂ ਗੁਰੇਜ਼ ਕਰਦੀ ਆ। ਤਾਂ ਇਹਦੇ ਪਿੱਛੇ ਕੀ ਕਾਰਨ ਆ ਮੈਂ ਪੁੱਛਣਾ ਚਾਹੂੰਗਾ। ਆਉਣ ਵਾਲੇ ਸਮੇਂ 'ਚ ਇਹਦੇ ਜਿਹੜੇ ਸਿੱਟੇ ਆ ਉਹ ਕੀ ਨਿਕਲਣਗੇ? ਮੈਂ ਨਾ ਅਕਸਰ ਕਹਿਣਾ ਹੁੰਦਾ ਵੀ ਅਗਰ ਭਾਰਤ ਸਰਕਾਰ ਆਪਣੇ ਗੁਆਂਢੀਆਂ ਨਾਲ ਸੰਬੰਧ ਸੁਧਾਰ ਲੈਣਾ ਤਾਂ ਆਪਣਾ ਖਿੱਤੇ ਦਾ ਬਹੁਤ ਫਾਇਦਾ ਹੋਣ ਵਾਲਾ ਹੈ। ਦੇਖੋ ਅਗਰ ਪਾਕਿਸਤਾਨ ਨਾਲ ਸੰਬੰਧ ਸੁਧਰ ਜਾਂਦੇ ਹੈ, ਅਫਗਾਨਿਸਤਾਨ ਨਾਲ ਸਾਡੇ ਸੰਬੰਧ ਠੀਕ ਹੈ, ਉਸ ਤੋਂ ਬਾਅਦ ਆਉਂਦਾ ਹੈ ਤੁਰਕਮੈਨਿਸਤਾਨ, ਕਜ਼ਾਕਿਸਤਾਨ ਵਰਗੇ ਦੇਸ਼ ਮੱਧ ਏਸ਼ੀਆ ਦੇ, ਫਿਰ ਰਸ਼ੀਆ ਆ ਜਾਂਦਾ ਸਿੱਧਾ। ਅਗਰ ਤੁਸੀਂ ਪੰਜਾਬ ਦੇ ਇੱਕ ਬਾਰਡਰ ਤੋਂ ਅੰਮ੍ਰਿਤਸਰ ਤੋਂ ਲੈ ਲਓ, ਰਸ਼ੀਆ ਨੂੰ ਟ੍ਰੇਨ ਭੇਜਣੀ ਹੋਵੇ ਨਾ 24 ਘੰਟਿਆਂ ਦੇ ਵਿੱਚ ਮਾਸਕੋ ਪਹੁੰਚਦੀ ਗੱਡੀ। ਰੂਟ ਪਾਕਿਸਤਾਨ, ਅਫਗਾਨਿਸਤਾਨ, ਕਜ਼ਾਕਿਸਤਾਨ, ਤੁਰਕਮੈਨਿਸਤਾਨ, ਰਸ਼ੀਆ। ਪੰਜਾਬ ਦੀ ਸਬਜ਼ੀ ਦਾ ਐਕਸਪੋਰਟ ਨਹੀਂ ਹੋ ਰਿਹਾ, ਪੰਜਾਬ ਦੀ ਕਿਸੇ ਵੀ ਸੈਂਸਿਟਿਵ ਫਸਲ ਜਿਹੜੀ ਇੱਕ ਦੋ ਦਿਨਾਂ ਵਿੱਚ ਖਰਾਬ ਹੁੰਦੀ ਹੈ ਉਹਦਾ ਐਕਸਪੋਰਟ ਨਹੀਂ ਹੋ ਰਿਹਾ, ਅਤੇ ਪੰਜਾਬ ਦਾ ਕਿਸਾਨ ਕਰੇਗਾ ਕੀ? ਕਣਕ ਝੋਨਾ ਵੇਚੇਗਾ। ਅਗਰ ਪਾਕਿਸਤਾਨ ਵਿੱਚ ਦੀ ਲਾਈਨ ਖੁੱਲ੍ਹਦੀ ਹੈ ਤਾਂ ਕੀ ਹੈ, ਪੰਜਾਬ ਦੀ ਸਬਜ਼ੀ ਸਿੱਧੀ ਰਸ਼ੀਆ ਜਾਵੇਗੀ। ਠੰਡਾ ਮੁਲਕ ਹੈ, ਉੱਥੇ ਕੋਈ ਸਬਜ਼ੀ ਨਹੀਂ ਪੈਦਾ ਹੁੰਦੀ, 8 ਮਹੀਨੇ 10 ਮਹੀਨੇ ਬਰਫ਼ ਪਈ ਰਹਿੰਦੀ ਹੈ, ਉਹਨਾਂ ਨੂੰ ਬੜੀ ਲੋੜ ਹੈ ਇਹਨਾਂ ਚੀਜ਼ਾਂ ਦੀ, ਅਤੇ ਪੰਜਾਬ ਦਾ ਕਿਸਾਨ ਬਹੁਤ ਹੀ ਵੱਡੀ ਇਨਕਮ ਪੈਦਾ ਕਰ ਸਕਦਾ ਹੈ। ਅਗਰ ਪਾਕਿਸਤਾਨ ਨਾਲ ਸੰਬੰਧ ਸੁਧਰ ਜਾਣ, ਭਾਰਤ ਸਰਕਾਰ ਨੂੰ ਸਾਡੇ ਖਿੱਤੇ ਬਾਰੇ ਸੋਚਣਾ ਚਾਹੀਦਾ ਹੈ। ਅਸੀਂ ਦੁਸ਼ਮਣੀ ਮੁੱਲ ਲੈ ਕੇ ਆਪਣੇ ਗੁਆਂਢੀ ਦੇ ਨਾਲ ਫੌਜਾਂ ਮਰਵਾ ਰਹੇ ਹਾਂ, ਕਿਉਂ ਨਾ ਪਿਆਰ ਦੇ ਨਾਲ ਅਸੀਂ ਉਹਨਾਂ ਦੇ ਨਾਲ ਕੋਈ ਵਧੀਆ ਫੈਸਲਾ ਲਈਏ ਤਾਂ ਜੋ ਸਾਡੇ ਖਿੱਤੇ ਨੂੰ ਰੁਜ਼ਗਾਰ ਵੀ ਮਿਲੇ। ਮਨਦੀਪ, ਦੇਸ਼ ਦੇ ਜਿਹੜੇ ਸਿੱਖਿਆ ਸ਼ਾਸਤਰੀਆਂ ਦੁਆਰਾ ਤਿਆਰ ਕੀਤੀਆਂ ਸਿੱਖਿਆ ਨੀਤੀਆਂ ਨੇ, ਕੀ ਉਹਨਾਂ ਦਾ ਸੰਬੰਧ ਸਿੱਧਾ ਬੇਰੁਜ਼ਗਾਰੀ ਨਾਲ ਜਾ ਕੇ ਜੁੜਦਾ ਹੈ? ਤੁਹਾਡਾ ਇਹ ਮੰਨਣਾ ਜਾਂ ਨਹੀਂ? ਮੈਂ ਮੰਨਦਾ ਹਾਂ, ਕਿਉਂਕਿ ਦੇਖੋ ਸਿੱਖਿਆ ਨੀਤੀ ਤੁਸੀਂ ਦੇਖੋ, ਅਸੀਂ ਵੀ 10ਵੀਂ ਕੀਤੀ ਹੈ, ਤੁਸੀਂ ਵੀ 10ਵੀਂ ਕੀਤੀ ਹੈ, ਫਿਰ ਆਪਾਂ +2 ਕੀਤੀ, BA MA ਕੀਤੀ। ਆਪਾਂ ਨੂੰ ਸਿੱਖਿਆ ਦੇ ਵਿੱਚ ਕਲਾਸ ਦੇ ਵਿੱਚ ਕਦੋਂ ਸਿਖਾਇਆ ਗਿਆ ਵੀ ਤੁਸੀਂ ਆਹ ਕੰਮ ਦੇ ਵਿੱਚ ਐਂ ਮਾਹਰ ਹੋਣਾ ਹੈ,
ਦੇਖੋ ਸਰਕਾਰ ਰੁਜ਼ਗਾਰ ਸਾਰਿਆਂ ਨੂੰ ਨਹੀਂ ਦੇ ਸਕਦੀ ਹੁੰਦੀ। ਸਰਕਾਰੀ ਨੌਕਰੀਆਂ ਤਾਂ ਬਹੁਤ ਘੱਟ ਨੇ। ਜੇ ਤੁਸੀਂ ਬੱਚੇ ਵਿੱਚ ਸਕਿੱਲ ਹੀ ਨਹੀਂ ਪੈਦਾ ਕੀਤੀ ਕਿਸੇ ਕੰਮ ਦੀ ਤਾਂ ਉਹ ਕੰਮ ਕਰੇਗਾ ਕੀ ਬਾਹਰ। ਜੋ ਬੱਚਾ ਪੜ੍ਹ ਲਿਖ ਜਾਂਦਾ ਹੈ ਉਹ ਕਹਿੰਦਾ ਮੈਂ ਕੰਮ ਸਿੱਖਣਾ ਨਹੀਂ, ਬਾਅਦ 'ਚ ਕਿਸੇ ਦੇ ਥੱਲੇ ਲੱਗ ਕੇ ਉਹ ਕੰਮ ਸਿੱਖਦਾ ਨਹੀਂ। ਕਿਉਂ ਨਾ ਵੋਕੇਸ਼ਨਲ ਕੋਰਸ ਜ਼ਿਆਦਾ ਸਕੂਲ ਦੇ ਵਿੱਚ ਕੀਤੇ ਜਾਣ, ਕੰਮ ਸਿਖਾਇਆ ਜਾਵੇ ਬੱਚਿਆਂ ਨੂੰ, ਨਾਲ ਵੱਡੇ ਪੱਧਰ 'ਤੇ ਸਿਖਾਇਆ ਜਾਵੇ ਅਤੇ ਉਹਨਾਂ ਨੂੰ ਨਾਲ ਸਰਟੀਫਿਕੇਟ ਦਿੱਤੇ ਜਾਣ ਤਾਂ ਜੋ ਕਿਸੇ ਵੀ ਕੰਪਨੀ ਦੇ ਵਿੱਚ ਜਾਂ ਫੋਰਨ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਨਾ ਆਵੇ। ਮੈਂ ਸਮਝਦਾ ਹਾਂ ਕਿ ਜ਼ਿਆਦਾਤਰ ਸਾਨੂੰ ਵੋਕੇਸ਼ਨਲ ਓਰੀਐਂਟਡ ਦੀ ਐਜੂਕੇਸ਼ਨ ਦੇਣੀ ਚਾਹੀਦੀ ਹੈ। ਅਸੀਂ ਸਿਰਫ ਕਿਤਾਬਾਂ ਪੜ੍ਹੀ ਜਾਂਦੇ ਹਾਂ, ਅਸੀਂ ਪੇਪਰ ਦੇਣ ਜਾਂਦੇ ਹਾਂ, ਅਸੀਂ ਕਿਤਾਬੀ ਕੀੜੇ ਬਣ ਗਏ ਹਾਂ। ਸਾਡੇ ਕੋਲੇ ਜਿਹੜੀ ਕਲਾ ਹੁੰਦੀ ਹੈ ਨਾ, ਉਹ ਕੋਈ ਕਿਸੇ ਵੀ ਕੰਮ ਦੀ ਕਲਾ ਨਹੀਂ ਆਈ, ਸਕਿੱਲ ਨਹੀਂ ਆਈ, ਇਸ ਕਰਕੇ ਅਸੀਂ ਘੱਟੇ ਜਾ ਰਹੇ ਹਾਂ। ਤਾਂ ਮਨਦੀਪ, ਤੁਸੀਂ ਇੱਕ ਗੱਲ ਕਹੀ ਹੈ ਕਿ ਸਰਕਾਰ ਜਿਹੜੀ ਆ ਉਹ ਸਾਰਿਆਂ ਨੂੰ ਨੌਕਰੀ ਨਹੀਂ ਦੇ ਸਕਦੀ, ਪਰ ਜਿਹੜੇ ਨੈੱਟ ਤੇ ਟੈਟ ਕਲੀਅਰ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਉਹਨਾਂ ਨੂੰ ਵੀ ਨੌਕਰੀ ਲੈਣ ਲਈ ਧਰਨਾ ਲਾਉਣਾ ਪੈ ਰਿਹਾ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਉਹੀ ਗੱਲ ਰਿਪੀਟ ਕਰ ਰਿਹਾ ਨਾ ਵੀ ਸਰਕਾਰ ਸਾਰਿਆਂ ਨੂੰ ਨੌਕਰੀ ਨਹੀਂ ਦੇ ਸਕਦੀ, ਪਰ ਉਹ ਧਰਨਾ ਕਿਉਂ ਲਾਉਂਦੇ ਆ? ਇੱਥੇ ਵੀ ਧਿਆਨ ਦੇਣ ਯੋਗ ਗੱਲ ਹੈ ਵੀ ਧਰਨਾ ਕਿਉਂ ਲਾਉਂਦੇ ਆ ਉਹ। ਅਗਰ ਸਰਕਾਰ ਨੌਕਰੀਆਂ ਨਹੀਂ ਦੇ ਸਕਦੀ ਪਰ ਉਹ ਪ੍ਰਾਈਵੇਟ ਸੰਸਥਾ ਤੋਂ ਪੈਸੇ ਤਾਂ ਦਵਾ ਸਕਦੀ ਹੈ ਉਹਨਾਂ ਦੇ ਡਿਗਰੀ ਦੇ ਮੁਤਾਬਕ। ਜੇ ਡਿਗਰੀ ਉਹਨਾਂ ਨੇ PhD ਕੀਤੀ ਹੈ ਤਾਂ 40-50 ਹਜ਼ਾਰ ਤਾਂ ਮਿਲਣਾ ਚਾਹੀਦਾ ਹੈ ਨਾ। ਜੇ 10,000 15,000 ਪ੍ਰਾਈਵੇਟ ਇੰਸਟੀਟਿਊਸ਼ਨ ਤੋਂ ਮਿਲੂਗਾ ਤਾਂ ਆਪੇ ਅਗਲਾ ਧਰਨਾ ਲਾਊਗਾ। ਧਰਨਾ ਹੀ ਲਾਊ ਤਾਂ ਹੋਰ ਕੀ ਕਰੂਗਾ? ਇੰਨੀ ਡਿਗਰੀ ਵੱਡੀ ਲੈ ਕੇ, ਇੰਨੇ ਪੈਸੇ ਖਰਚ ਕੇ, 5 ਸਾਲਾਂ 'ਚ PhD ਕਰਕੇ ਉਹਨੂੰ 15,000 ਮਿਲੂਗਾ ਤਾਂ ਧਰਨਾ ਹੀ ਲਾਊ। ਮੈਂ ਸਮਝਦਾ ਹਾਂ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ, ਪ੍ਰਾਈਵੇਟ ਕਾਲਜਾਂ ਦੇ ਵਿੱਚ ਅਗਰ ਸਰਕਾਰ ਆਪਦੇ ਸਕੂਲ ਕਾਲਜ ਨਹੀਂ ਖੋਲ੍ਹਣੀ ਚਾਹੁੰਦੇ ਤਾਂ ਨਹੀਂ ਸਹੀ, ਪਰ ਇਹਨਾਂ ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਅਧਿਆਪਕ ਨੂੰ ਪੂਰੀ ਦੀ ਪੂਰੀ ਪਗਾਰ ਮਿਲਣੀ ਚਾਹੀਦੀ ਹੈ ਜੋ ਸਰਕਾਰੀ ਸੰਸਥਾ ਵਿੱਚ ਮਿਲਦੀ ਹੈ। ਉੱਥੇ ਸਰਕਾਰ ਨੂੰ ਪੂਰਾ ਹੱਥ ਕਾੜਾ ਕਰਕੇ ਲੈਣਾ ਚਾਹੀਦਾ ਹੈ, ਕਿਉਂਕਿ ਇਹ ਕੀ ਕਰਦੇ ਨੇ, ਜਿਵੇਂ ਸੁਣਨ ਚਾਹੁੰਦਾ ਹੈ ਵੀ ਉਹ ਪੈਸੇ ਉਹਨਾਂ ਦੇ ਅਕਾਊਂਟ 'ਚ ਪਾ ਦਿੰਦੇ ਨੇ, ਸੈਲਰੀ ਅਕਾਊਂਟ 'ਚ ਪਾ ਦਿੰਦੇ ਨੇ ਫੁੱਲ, ਪਰ ਬਾਅਦ ਵਿੱਚ ਬਾਈ ਹੈਂਡ ਲੈ ਲਈ ਜਾਂਦੀ ਹੈ। ਇਹ ਬਹੁਤ ਵੱਡੀ ਮੁਸ਼ਕਿਲ ਹੈ। ਸਰਕਾਰ ਨੂੰ ਥੋੜ੍ਹਾ ਕਾੜਾ ਹੋ ਕੇ ਡੰਡੇ ਨਾਲ ਕੰਮ ਲੈਣਾ ਚਾਹੀਦਾ ਹੈ। ਤਾਂ ਮਨਦੀਪ, ਤੁਸੀਂ ਗੱਲ ਕੀਤੀ ਆ ਵੀ ਜਿਹੜੇ PhD ਹੋਲਡਰ ਨੇ ਹੈ ਨਾ, ਜਾਂ ਹੋਰ ਵੀ ਜਿਨ੍ਹਾਂ ਦੀ ਪੜ੍ਹਾਈ, ਵੱਡੀ ਪੜ੍ਹਾਈ ਜਿਨ੍ਹਾਂ ਦੀ ਕੀਤੀ ਹੋਈ ਆ, ਤਾਂ ਉਹਨਾਂ ਨੂੰ ਉਹਨਾਂ ਦੇ ਉਸ ਹਿਸਾਬ ਨਾਲ, ਉਹਨਾਂ ਦੀ ਵਿੱਦਿਅਕ ਯੋਗਤਾ ਦੇ ਹਿਸਾਬ ਨਾਲ ਮਿਹਨਤਾਨਾ ਦੇਣਾ ਚਾਹੀਦਾ। ਪਰ ਇੱਥੇ ਮੈਂ ਗੱਲ ਕਰਨੀ ਚਾਹੂੰਗਾ ਸਾਡੇ ਜਿਹੜਾ ਲੋਕਤੰਤਰਿਕ ਤਾਣੇ ਬਾਣੇ ਦੀ, ਕਿ ਸਾਡੇ ਜਿਹੜੇ ਨੇਤਾ ਨੇ ਹੈ ਨਾ, ਉਹ ਜਿਹੜੇ ਪੜ੍ਹੇ ਲਿਖੇ ਨਹੀਂ ਆ, ਉਹ ਵੀ ਮੰਤਰੀ ਬਣੇ ਬੈਠੇ ਨੇ, ਉਹ ਹੈ ਨਾ ਸਿੱਖਿਆ ਨੀਤੀਆਂ ਬਣਾ ਰਹੇ ਨੇ, ਪਰ ਇੱਕ PhD ਹੋਲਡਰ ਜਿਹੜਾ ਆ ਉਹ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਕੀ ਇਹਦੇ ਵਿੱਚ ਕੋਈ ਨਿਗਾਰ ਆਵੇਗਾ ਆਉਣ ਵਾਲੇ ਸਮੇਂ 'ਚ ਜਾਂ ਨਹੀਂ? ਇਹਦੇ ਪਿੱਛੇ ਕੀ ਕਾਰਨ ਹੈ ਨਾ, ਜਾਂ ਤੁਹਾਡਾ ਇਹਦੇ ਬਾਰੇ ਕੀ ਕਹਿਣਾ, ਮੈਂ ਪੁੱਛਣਾ ਚਾਹੂੰਗਾ। ਮੈਂ ਇਹੀ ਸਮਝਦਾ ਕਿ ਡੈਮੋਕ੍ਰੇਸੀ ਸਾਡੀ ਜੋ ਹੈ ਇਹਦੀ ਇਹ ਤਰਾਸਦੀ ਹੈ ਕਿ ਸਾਡੇ ਪੜ੍ਹ ਲਿਖ ਕੇ IAS ਬਣਦਾ ਹੈ, ਕੋਈ PhD ਕਰਕੇ ਪ੍ਰੋਫੈਸਰ ਬਣਦਾ ਹੈ, ਜਾਂ MA B.Ed ਕਰਕੇ ਕੋਈ ਮਾਸਟਰ ਲੱਗਦਾ ਹੈ। ਉਹਨਾਂ ਲੋਕਾਂ 'ਤੇ ਜੋ ਕਾਨੂੰਨ ਬਣਾਉਣ ਵਾਲੀ ਸੰਸਥਾ ਹੈ ਉੱਥੇ ਅਨਪੜ੍ਹ ਬੰਦਾ ਬੈਠਾ। ਦੇਖੋ, ਪੜ੍ਹੇ ਲਿਖੇ ਉਹਨਾਂ ਦੇ ਨੌਕਰ ਹੈ, ਉਹ ਅਨਪੜ੍ਹ ਬੰਦੇ ਸਾਡੇ ਲਈ ਕਾਨੂੰਨ ਬਣਾ ਰਹੇ ਨੇ। ਜਦੋਂ ਸਾਡਾ ਕੌਨਸਟੀਟਿਊਸ਼ਨ ਲਿਖਿਆ ਗਿਆ ਉਦੋਂ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਸੀ ਕਿ ਜੋ ਸਾਡੇ ਲਈ ਕਾਨੂੰਨ ਬਣਾਉਣ ਵਾਲਾ ਹੈ ਉਹਦੇ ਲਈ ਵੀ ਤਾਂ ਕੋਈ ਮਿਆਰ ਹੋਣਾ ਚਾਹੀਦਾ ਨਾ। ਉਹ ਵੀ ਕੋਈ MA BA ਕੁਛ ਤਾਂ ਹੋਣਾ ਚਾਹੀਦਾ ਹੈ। ਦੇਖੋ, ਕ੍ਰਿਮੀਨਲ ਬੈਕਗਰਾਊਂਡ ਦੇ ਬੰਦੇ 2 ਦਿਨ ਪਹਿਲਾਂ ਕਤਲ ਕਰਕੇ ਫਿਰ MLA MP ਚੁਣੇ ਜਾਂਦੇ ਨੇ, ਉਹ ਸਾਡੇ ਲਈ ਕਾਨੂੰਨ ਬਣਾਉਂਦੇ ਨੇ। ਇਹਨਾਂ ਲੋਕਾਂ ਦੇ ਪ੍ਰਾਈਵੇਟ ਹਸਪਤਾਲ ਨੇ, ਇਹਨਾਂ ਲੋਕਾਂ ਦੇ ਪ੍ਰਾਈਵੇਟ ਸਕੂਲ ਨੇ, ਇਹਨਾਂ ਲੋਕਾਂ ਦੀ ਪ੍ਰਾਈਵੇਟ ਫੈਕਟਰੀਆਂ ਨੇ, ਫਿਰ ਇਹ ਆਮ ਲੋਕਾਂ ਦੇ ਲਈ ਕਿਵੇਂ ਕੰਮ ਕਰ ਸਕਦੇ ਨੇ? ਪ੍ਰਾਈਵੇਟ ਫੈਕਟਰੀ ਜਿਹਦੀ ਹੈ ਉਹ ਕਿਵੇਂ ਚਾਹੇਗਾ ਵੀ ਕਿਸੇ ਬੰਦੇ ਨੂੰ 20,000 25,000 ਮਿਲੇ ਤਾਂ ਉਹਦਾ ਨੁਕਸਾਨ ਹੋਊਗਾ ਨਾ। ਪ੍ਰਾਈਵੇਟ ਸਕੂਲ ਚਲਾਉਂਦਾ ਹੈ ਤਾਂ ਉਹ ਕਿਉਂ ਚਾਹੂਗਾ ਵੀ 25-30,000 ਕਿਸੇ ਨੂੰ ਦਿੱਤਾ ਜਾਵੇ? ਉਹਨੂੰ ਨੁਕਸਾਨ ਹੈ ਇਸ ਗੱਲ ਦਾ। ਇਸ ਕਰਕੇ ਇਹਨਾਂ ਦੇ ਨਾ ਆਪਸੀ ਸੰਬੰਧ ਸਕੂਲਾਂ ਦੇ ਨਾਲ, ਫੈਕਟਰੀਆਂ ਦੇ ਨਾਲ ਇੰਨੇ ਆਪਸੀ ਗੱਠਜੋੜ ਵਧੇ ਹੋਏ ਨੇ ਨਾ, ਉਹ ਆਮ ਲੋਕਾਂ ਲਈ ਨੁਕਸਾਨ ਕਰ ਰਹੇ ਨੇ। ਰੁਜ਼ਗਾਰ ਦੀ ਵੱਡੀ ਮੁਸ਼ਕਲ ਇਹੀ ਆ ਰਹੀ ਹੈ। ਤਾਂ ਮਨਦੀਪ, ਇੱਥੇ ਇੱਕ ਹੋਰ ਗੱਲ ਆ, ਜਿਹੜੀ ਸਰਕਾਰ ਆ ਉਹ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਰਹੀ ਹੈ। ਇਹ ਕਿਹਾ ਜਾਂਦਾ ਹੈ ਕਿ ਉਹ ਸਰਕਾਰੀ ਅਦਾਰੇ ਘਾਟੇ 'ਚ ਜਾ ਰਹੇ ਨੇ। ਜੇਕਰ ਉਹ ਘਾਟੇ 'ਚ ਜਾ ਰਹੇ ਨੇ ਤਾਂ ਉਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਖਰੀਦ ਕਿਉਂ ਰਹੀਆਂ ਨੇ? ਉਹਨਾਂ ਨੂੰ ਕੀ ਉਹਨਾਂ ਤੋਂ ਮੁਨਾਫਾ ਹੋਊਗਾ ਜੇਕਰ ਉਹ ਘਾਟੇ 'ਚ ਜਾ ਰਹੇ ਨੇ? ਹਾਂ, ਜੇਕਰ ਉਹ ਵਾਧੇ 'ਚ ਨੇ ਤਾਂ ਸਰਕਾਰ ਉਹਨਾਂ ਨੂੰ ਵੇਚ ਕਿਉਂ ਰਹੀ ਹੈ? ਇਹਦੇ ਪਿੱਛੇ ਕੀ ਕਾਰਨ ਹੈ? ਸਰਕਾਰ ਦੀ ਕੀ ਮਨਸ਼ਾ ਹੈ? ਇਹਦੇ ਪਿੱਛੇ 2 ਕਾਰਨ ਮੈਨੂੰ ਸਮਝ ਆਉਂਦੇ ਨੇ। ਪਹਿਲਾ ਤਾਂ ਸਰਕਾਰੀ ਇੰਸਟੀਟਿਊਸ਼ਨ ਕੋਈ ਵੀ ਹੋ ਗਿਆ, ਉਹ ਸਰਕਾਰ ਦੇ ਪੱਲੇ ਕੁਛ ਨਹੀਂ ਪਾਇਆ ਅੱਜ ਤੱਕ। ਸਰਕਾਰੀ ਸਕੂਲਾਂ ਨੇ ਲੈ ਲਓ ਜਾਂ ਹੋਰ ਕੋਈ ਵੀ ਅਦਾਰਾ, ਵੱਡੀਆਂ ਵੱਡੀਆਂ ਲਾਈਨਾਂ ਸਰਕਾਰੀ ਦਫ਼ਤਰਾਂ ਅੱਗੇ ਦੇਖਣ ਨੂੰ ਮਿਲਦੀਆਂ ਨੇ। ਕਿਤੇ ਵੀ ਸਰਕਾਰੀ ਅਫਸਰ ਬੰਦਾ ਇਹ ਨਹੀਂ ਸੋਚਦਾ ਕਿ ਮੈਂ ਵੀ ਇਸੇ ਪਬਲਿਕ 'ਚੋਂ ਨਿਕਲਿਆ ਹੋਇਆ, ਇਹਨਾਂ ਨੂੰ ਮੈਂ ਤੰਗ ਨਾ ਹੋਣ ਦੇਵਾਂ, ਪਰ ਉਹ ਚੱਲਦਾ ਹੈ। ਦੂਜੇ ਨੰਬਰ 'ਤੇ ਅਗਰ ਪ੍ਰਾਈਵੇਟ ਕਿਸੇ ਸੰਸਥਾ ਨੂੰ ਵੇਚੀ ਜਾਂਦੀ ਹੈ, ਪ੍ਰਾਈਵੇਟ ਬਿਜ਼ਨਸਮੈਨ ਨੂੰ ਕੋਈ ਵੀ ਇੰਡਸਟਰੀ ਜਾਂ ਕੋਈ ਵੀ ਅਦਾਰਾ ਵੇਚਿਆ ਜਾਂਦਾ ਹੈ, ਉਹਦੇ ਪਿੱਛੇ ਸਰਕਾਰ ਦੇ ਕਿਤੇ ਨਾ ਕਿਤੇ ਮਨਸ਼ਾ ਹੁੰਦੀ ਹੈ, ਕਿਉਂਕਿ ਸਾਡੀ ਇਹ ਡੈਮੋਕ੍ਰੇਸੀ, ਵੋਟਾਂ ਦੇ ਟਾਈਮ 'ਤੇ ਸਾਨੂੰ ਬਹੁਤ ਪੈਸਾ ਖਰਚ ਕਰਨਾ ਪੈਂਦਾ ਹੈ।
ਹੁਣ ਮੋਦੀ ਸਰਕਾਰ ਨੇ ਜੋ ਆਰਡੀਨੈਂਸ ਕੱਢੇ ਨੇ, ਸਾਰੇ ਏਅਰਪੋਰਟ ਤਕਰੀਬਨ ਅਦਾਨੀ ਤੇ ਅੰਬਾਨੀ ਨੂੰ ਦੇ ਦਿੱਤੇ। ਈਵਨ ਇੱਥੋਂ ਤੱਕ ਕਿ ਰੇਲਵੇ ਦਾ ਪ੍ਰਾਈਵੇਟਾਈਜੇਸ਼ਨ ਵੀ ਕਰ ਦਿੱਤਾ ਗਿਆ ਤੇ ਕੁਝ ਕੁ ਰੂਟਾਂ 'ਤੇ ਪ੍ਰਾਈਵੇਟ ਗੱਡੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਕਾਰਨ ਇਹ ਹੁੰਦਾ ਹੈ ਕਿ ਅਗਰ ਸਾਡੇ PM ਸਾਹਿਬ ਜਾਂ ਸਾਡੇ ਪੋਲੀਟੀਕਲ ਲੀਡਰ ਉਹਨਾਂ ਨੂੰ ਉਹ ਫੰਡ ਦਿੰਦੇ ਨੇ ਵੋਟਾਂ ਦੇ ਟਾਈਮ ਉਹਨਾਂ ਨੂੰ, ਅਤੇ ਉਹਨਾਂ ਨਾਲ ਸਮਝੌਤਾ ਇਹੀ ਹੁੰਦਾ ਹੈ ਕਿ ਬਾਅਦ ਵਿੱਚ 5 ਸਾਲ ਜਦੋਂ ਅਸੀਂ ਰਵਾਂਗੇ ਤਾਂ ਉਦੋਂ ਅਸੀਂ ਤੁਹਾਡੇ ਹੱਕ ਦੇ ਵਿੱਚ ਫੈਸਲੇ ਕਰਾਂਗੇ। ਦੇਖੋ, ਇੱਕ ਬਹੁਤ ਹੀ ਗੁੰਝਲਦਾਰ ਜੀ ਗੱਲ ਹੈ। ਮੈਂ ਪੜ੍ਹਿਆ ਸੀ ਪਿੱਛੇ ਕਿ ਮੋਦੀ ਸਰਕਾਰ ਨੇ ਜੋ 25,000 ਕਰੋੜ ਤੋਂ ਵੱਧ ਕਿਸੇ ਫੈਕਟਰੀ 'ਤੇ ਕੰਪਨੀ 'ਤੇ ਕਰਜ਼ਾ ਹੈ ਉਹ ਤਾਂ ਮਾफ़ ਕਰਤਾ, ਮਤਲਬ ਵੱਡੀਆਂ ਕੰਪਨੀਆਂ ਦੇ ਮਾफ़ ਕਰਤੇ। ਜੋ 25,000 ਕਰੋੜ ਤੋਂ ਘੱਟ ਹੈ ਉਹਨਾਂ ਦੇ ਮਾफ़ ਨਹੀਂ ਕੀਤੇ। ਕਿੰਨੀਆਂ ਵੱਡੀਆਂ ਕੰਪਨੀਆਂ ਦੇ ਹੱਕ ਵਿੱਚ ਭੁਗਤ ਰਹੀਆਂ ਨੇ ਸਾਡੀਆਂ ਸਰਕਾਰਾਂ, ਕਿਉਂਕਿ ਉਹ ਫੰਡਿੰਗ ਕਰਦੀਆਂ ਨੇ। ਇਸ ਕਰਕੇ ਲੋਕਾਂ ਦਾ, ਆਮ ਲੋਕਾਂ ਦਾ ਨੁਕਸਾਨ ਹੋਣਾ ਜ਼ਾਹਿਰ ਹੈ। ਤਾਂ ਮਨਦੀਪ, ਇੱਥੇ ਇੱਕ ਹੋਰ ਗੱਲ ਆ, ਹੈ ਨਾ, ਜਿਹੜੇ ਹੁਣ ਇੱਕ ਆਮ ਕਿਸਾਨ ਵਰਗ ਆ, ਹੈ ਨਾ, ਤਾਂ ਉਹ ਜੇ ਕੋਈ ਕਰਜ਼ਾ ਲੈਂਦਾ ਤਾਂ ਗਰੰਟੀ ਦੇ ਲਈ, ਹੈ ਨਾ, ਕੋਈ ਨਾ ਕੋਈ ਉਹਦੀ ਜ਼ਮੀਨ ਦੀ ਜਿਹੜੀ ਰਜਿਸਟਰੀ ਆ ਜਾਂ ਕੋਈ ਹੋਰ ਰਜਿਸਟਰੀ ਰੱਖੀ ਜਾਂਦੀ ਆ, ਪਰ ਵਿਜੇ ਮਾਲੀਆ ਵਰਗੇ, ਹੈ ਨਾ, ਉਹ ਭੱਜ ਜਾਂਦੇ ਨੇ, ਨੀਰਵ ਮੋਦੀ ਵਰਗੇ ਭੱਜ ਜਾਂਦੇ ਨੇ। ਤਾਂ ਇਹਦੇ ਪਿੱਛੇ ਸਿਰਫ ਇਹੀ ਕਾਰਨ ਆ ਵੀ ਫੰਡਿੰਗ ਦਾ ਕਾਰਨ ਆ, ਜਾਂ ਹੋਰ ਵੀ ਕੋਈ ਮਨਸ਼ਾਵਾਂ ਹੋ ਸਕਦੀਆਂ ਨੇ, ਜਿਹੜਾ ਸਰਕਾਰ ਉਹਨਾਂ ਤੋਂ ਕੋਈ ਗਰੰਟੀ ਨਹੀਂ ਲੈਂਦੀ, ਹੈ ਨਾ, ਇੰਨੇ ਪੈਸੇ ਦੇ ਦਿੰਦੀ ਆ, ਜਾਂ ਐਡੀਆਂ ਐਡੀਆਂ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਪ੍ਰਾਈਵੇਟ ਕਰਕੇ ਦੇ ਦਿੰਦੀ ਹੈ। ਬਸ ਫੰਡਿੰਗ ਦਾ ਹੀ ਰੌਲਾ ਹੈ। ਕੋਈ ਕਿਸਾਨ ਨਹੀਂ ਭੱਜ ਜਾਂਦਾ, ਕੋਈ ਕਿਸਾਨ ਕਿਉਂ ਫੜਿਆ ਜਾਂਦਾ? ਕਿਉਂ ਪੁਲਿਸ ਕਬਜ਼ਾ ਕਰ ਲੈਂਦੀ ਹੈ ਕਿਸਾਨ ਦੇ ਘਰ 'ਤੇ, ਜ਼ਮੀਨ 'ਤੇ? ਇਹੀ ਲੋਕ ਕਿਉਂ ਭੱਜਦੇ ਨੇ? ਨਾਲੇ ਇਹਨਾਂ ਲੋਕਾਂ ਦਾ ਪਤਾ ਹੁੰਦਾ ਹੈ, ਸਰਕਾਰੀ ਅਦਾਰੇ ਨੂੰ ਪਤਾ ਹੁੰਦਾ ਹੈ, ਜੋ ਆਪਣੇ ਸੈਂਟਰ ਦੀ ਪੁਲਿਸ ਹੈ ਜਾਂ ਹੋਰ ਵੱਡੀਆਂ ਕੰਪਨੀਆਂ ਨੇ ਸਰਕਾਰੀ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਵੱਡਾ ਬੰਦਾ ਚਾਲ ਕਿੱਥੇ ਚੱਲ ਰਿਹਾ ਹੈ, ਮਤਲਬ ਉਹ ਕੀੜੀ ਦੀ ਚਾਲ ਕਿੱਥੇ ਹੈ, ਅੱਜ ਉਹ ਇਸ ਸ਼ਹਿਰ 'ਚ ਹੈ, ਅੱਜ ਉਹ ਸ਼ਹਿਰ 'ਚ ਹੈ, ਉਹ ਟ੍ਰੇਨ 'ਤੇ ਕਿੱਥੇ ਜਾ ਰਿਹਾ ਹੈ। ਇੱਕ ਇੱਕ ਪਲ ਦੀ ਖਬਰ ਹੁੰਦੀ ਹੈ ਸਰਕਾਰੀ ਏਜੰਸੀਆਂ ਨੂੰ, ਪਰ ਫਿਰ ਵੀ ਉਹ ਬੰਦਾ ਭੱਜਦਾ ਹੈ। ਅਤੇ ਫਿਰ ਕਿਤੇ ਨਾ ਕਿਤੇ ਲੁਕੀ ਮਨਸ਼ਾ ਕਿਤੇ ਹੋਏਗੀ ਨਾ, ਕਿਤੇ ਸਾਡੇ ਸਰਕਾਰ ਦੇ ਵਿੱਚ ਜੋ ਉੱਚੇ ਅਹੁਦਿਆਂ 'ਤੇ ਬੈਠੇ ਲੋਕ ਆ ਉਹਨਾਂ ਦੀ ਮਿਲੀ ਭੁਗਤ ਤਾਂ ਹੋਏਗੀ, ਅਤੇ ਜ਼ਾਹਿਰ ਹੈ। ਤਾਂ ਮਨਦੀਪ, ਆਪਾਂ ਰੁਜ਼ਗਾਰ ਦੀ ਜਿਹੜੀ ਗੱਲ ਅੱਜ ਕਰ ਰਹੇ ਸੀ, ਤਾਂ ਸਰਕਾਰੀ ਸੈਕਟਰ ਤੋਂ ਇਲਾਵਾ ਜੇ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ, GST ਆ ਗਈ ਉਹਦੇ ਵਿੱਚ, ਜਾਂ ਨੋਟਬੰਦੀ ਦੇ ਨਾਲ ਵੀ ਜਿਹੜਾ ਆ ਲੇਬਰ ਜਿਹੜੀ ਫੋਰਸ ਸੀਗੀ ਉਹਦਾ ਘਾਟਾ ਹੋਇਆ, ਉਹਦੀ ਕਮੀ ਆਈ ਆ, ਹੈ ਨਾ, ਨੋਟਬੰਦੀ ਕਰਕੇ ਵੀ। ਤਾਂ ਸਰਕਾਰੀ ਸੈਕਟਰ ਦੇ ਵਿੱਚ ਵੀ ਆਮ ਜਿਹੜਾ ਵਪਾਰੀ ਵਰਗ ਆ ਉਹ ਕਿਤੇ ਨਾ ਕਿਤੇ ਉਹ ਮਾਰਿਆ ਗਿਆ। ਇਹਦੇ ਪਿੱਛੇ ਕੀ ਕਾਰਨ ਨੇ ਵੀ ਸਰਕਾਰ ਨੂੰ ਇਸ ਚੀਜ਼ ਦਾ ਜਿਹੜਾ ਪਹਿਲਾਂ ਪਤਾ ਨਹੀਂ ਸੀ, ਜਿਹੜਾ ਨੋਟਬੰਦੀ ਤੋਂ ਪਹਿਲਾਂ ਜਾਂ GST ਤੋਂ ਪਹਿਲਾਂ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ? ਕੀ ਕਾਰਨ ਇਹਦੇ ਪਿੱਛੇ? ਦੇਖੋ, ਮੋਦੀ ਸਰਕਾਰ ਨੇ ਨਾ ਬਿਨਾਂ ਤਿਆਰੀ ਤੋਂ GST ਲਾਗੂ ਕੀਤਾ, ਨੋਟਬੰਦੀ ਰਾਤੋਂ ਰਾਤ ਕਰਤੀ ਇਹਨਾਂ ਨੇ ਸਮਝੌਤਾ ਕੀਤਾ ਸੀਗਾ ਸਟੇਟ ਗੌਰਮੈਂਟਸ ਨਾਲ, ਅਗਰ 5 ਸਾਲ ਤੱਕ ਤੁਹਾਨੂੰ 14% ਦੀ ਦਰ ਨਾਲ ਤੁਹਾਡਾ ਵਾਧਾ ਨਹੀਂ ਹੋਇਆ GST ਦਾ, ਤਾਂ ਅਸੀਂ ਤੁਹਾਨੂੰ ਉਹ ਪੇ ਕਰਾਂਗੇ, ਸੈਂਟਰ ਤੋਂ ਪੇ ਕਰਾਂਗੇ। ਪਰ ਅੱਜ ਠੂਠਾ ਲੈ ਕੇ ਸਟੇਟ ਸਰਕਾਰਾਂ ਠੂਠਾ ਲੈ ਕੇ ਸੈਂਟਰ ਅੱਗੇ ਖੜੀਆਂ ਵੀ ਸਾਨੂੰ ਸਾਡੀ ਉਹ ਪੇਮੈਂਟ ਦਿਓ ਜੋ ਵਾਧਾ ਸਾਡਾ ਨਹੀਂ ਹੋਇਆ, ਪਰ ਸੈਂਟਰ ਸਰਕਾਰ ਨਹੀਂ ਦੇ ਰਹੀ। ਦੇਖੋ, ਸਟੇਟ ਸਰਕਾਰਾਂ ਤਾਂ ਉਹ ਹੋ ਗਈਆਂ ਜਿਵੇਂ ਸਾਡੀ ਮਿਊਨਿਸਪਲ ਕਮੇਟੀ ਹੈ। ਮਿਊਨਿਸਪਲ ਕਮੇਟੀ ਕੋਲ ਆਪ ਦਾ ਕਮਾਈ ਦਾ ਕੋਈ ਸਾਧਨ ਨਹੀਂ, ਉਹ ਸਟੇਟ ਦੇ ਅੱਗੇ ਠੂਠਾ ਲੈ ਕੇ ਖੜੇ ਰਹਿੰਦੇ ਨੇ ਵੀ ਸਾਨੂੰ ਦੇ ਦਿਓ, ਸਾਨੂੰ ਦੇ ਦਿਓ, ਸਾਨੂੰ ਫੰਡਿੰਗ ਕਰ ਦਿਓ, ਇਹ ਸੜਕਾਂ ਬਣਾਉਣੀਆਂ। ਅਤੇ ਉਸੇ ਤਰ੍ਹਾਂ ਹੁਣ ਸਟੇਟ ਸਰਕਾਰਾਂ ਫੰਡਿੰਗ ਦੇ GST ਦਾ ਹਿੱਸਾ ਲੈਣ ਲਈ ਖੜੀਆਂ ਨੇ। ਮੋਦੀ ਸਰਕਾਰ ਦੇ ਜੋ ਇਹ ਫੈਸਲੇ ਸਨ ਦੋਨੇ, ਜੋ ਰਾਤੋਂ ਰਾਤ ਲਏ ਗਏ, ਇਹਦੇ ਨਾਲ ਭਾਰਤ ਦਾ ਜੋ GDP ਰੇਟ ਆ ਨਾ ਬਹੁਤ ਲੋ ਆਇਆ। ਅਤੇ ਇੰਡਸਟਰੀ ਸਾਡੀ ਜੋ ਲੋਕਲ ਇੰਡਸਟਰੀ ਸੀਗੀ ਪਿੰਡਾਂ ਦੇ ਵਿੱਚ ਚੱਲਦੀ ਸੀ, ਛੋਟੇ ਲੈਵਲ 'ਤੇ 5-7 ਬੰਦਿਆਂ ਦੀ, 10 ਬੰਦਿਆਂ ਦੀ, ਉਹ ਸਾਰੀ ਤਹਿਸ ਨਹਿਸ ਹੋ ਚੁੱਕੀ ਹੈ, ਕਿਉਂਕਿ ਉਹਨਾਂ ਨੂੰ ਲੋੜੀਂਦਾ ਸਮਾਨ ਨਹੀਂ ਉਹਨਾਂ ਦਿਨਾਂ 'ਚ ਮਿਲਿਆ। ਫਿਰ ਕੀ ਹੋਇਆ ਵੀ ਜੋ ਇਹ GST ਨਾਲ ਇਹ ਗੱਲ ਕਰਦੇ ਸੀਗੇ, ਨੋਟਬੰਦੀ ਨਾਲ ਇਹ ਗੱਲ ਕਰਦੇ ਸੀ ਅੱਤਵਾਦ ਖਤਮ ਹੋਏਗੀ, ਅਸੀਂ ਇਹ ਬਹਾਨਾ ਬਣਾਇਆ ਸੀ ਇਹਨਾਂ ਨੇ, ਜੰਮੂ ਕਸ਼ਮੀਰ ਦਾ ਕੰਮ ਉਹ ਵੀ ਚੱਲੀ ਜਾਂਦਾ, ਕੁਛ ਵੀ ਨਹੀਂ ਹੋਇਆ। 92% ਭਾਰਤ ਦੇ ਵਿੱਚ ਅਨਆਰਗੇਨਾਈਜ਼ ਸੈਕਟਰ ਦੇ ਵਿੱਚ ਕੰਮ ਕਰਦੇ ਆ ਲੋਕ, ਮਤਲਬ ਕੋਈ ਫੈਕਟਰੀ, ਕੋਈ ਕੰਪਨੀ ਨਹੀਂ ਹੈ, ਸਿਰਫ ਦਿਹਾੜੀ ਮਜ਼ਦੂਰੀ ਕਿਤੇ। ਉਹਨਾਂ 92% ਦਾ ਕਦੇ ਖਿਆਲ ਨਹੀਂ ਰੱਖਿਆ ਸਰਕਾਰਾਂ ਨੇ। ਕਾਨੂੰਨ ਬਣਾਉਂਦੀ ਹੈ ਆਰਗੇਨਾਈਜ਼ ਸੈਕਟਰ ਦੇ ਲਈ 8% ਦੇ ਲਈ, 92% ਵੀ ਤਾਂ ਤੁਹਾਡੇ ਨਾਗਰਿਕ ਨੇ, ਉਹਨਾਂ ਲਈ ਵੀ ਕੁਛ ਕਰੋ। ਪਰ ਸਟੇਟ ਸਰਕਾਰਾਂ ਦੋਨੇ 'ਚ, ਆਪਣੇ ਸਟੇਟ ਵੀ ਅਤੇ ਸੈਂਟਰ ਵੀ। ਤਾਂ ਮਨਦੀਪ, ਤੁਸੀਂ ਕਿਹਾ ਜਿਹੜੇ 92% ਲੋਕ ਨੇ ਉਹਨਾਂ ਨੂੰ ਧਿਆਨ 'ਚ ਨਹੀਂ ਰੱਖਿਆ ਜਾਂਦਾ, ਫਿਰ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਤਾਂ ਉਹਨਾਂ 92% ਲੋਕਾਂ ਦੀਆਂ ਵੋਟਾਂ ਨਾਲ ਹੀ ਬਣਦੀਆਂ ਨੇ, ਫਿਰ ਉਹ ਕਿਵੇਂ ਬਣ ਜਾਂਦੀਆਂ ਨੇ? ਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਆਪਣੇ ਸਾਰੇ ਨਾਗਰਿਕਾਂ ਨੂੰ, ਪੰਜਾਬੀਆਂ ਨੂੰ ਖਾਸ ਤੌਰ 'ਤੇ, ਵੀ ਪੰਜਾਬੀਓ ਮਹੀਨਾ ਕੁ ਸੰਭਲ ਜਾਇਆ ਕਰੋ। ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਸੰਭਲ ਜਾਇਆ ਕਰੋ। ਉਦੋਂ ਬਹੁਤ ਹੀ ਨਿਰਖ ਪਰਖ ਕੇ ਬੰਦਾ ਆਪਦਾ ਚੁਣੋ, ਬੇਸ਼ੱਕ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ। ਉਦੋਂ ਅਸੀਂ ਧੱਕਾ ਨਾ ਕਰੀਏ, ਧੱਕਾ ਨਾ ਸਹੀਏ, ਸਾਡੇ ਕੋਲ ਉਹੀ ਦਿਨ ਹੁੰਦੇ ਨੇ। ਜਦੋਂ ਅਸੀਂ ਉਹ ਸੋਚ ਵਿਚਾਰ ਨਹੀਂ ਨਾ ਕਰਦੇ ਉਹਨਾਂ ਦਿਨਾਂ ਦੇ ਵਿੱਚ, ਸਾਡਾ ਉਦੋਂ ਨੁਕਸਾਨ 5 ਸਾਲ ਲਈ ਹੋਣਾ ਸਿੱਧੇ ਤੌਰ 'ਤੇ ਸਾਡਾ ਨੁਕਸਾਨ ਹੋ ਜਾਂਦਾ ਹੈ। ਅਤੇ ਉਹ ਬੜੇ ਸੈਂਸਿਟਿਵ ਹੋ ਕੇ ਚੱਲੋ ਉਹਨਾਂ ਦਿਨਾਂ ਦੇ ਵਿੱਚ
ਕਿਸੇ ਜਿਵੇਂ ਦੇਖੋ ਸਾਰਾ ਮੀਡੀਆ ਸੈਂਟਰ ਦਾ ਹੋ ਗਿਆ, ਬੀਜੇਪੀ ਦਾ ਸਾਰਾ ਮੀਡੀਆ ਹੋ ਗਿਆ ਸੈਂਟਰ ਦੇ ਵਿੱਚ, ਅਤੇ ਉਹ ਸਾਨੂੰ ਜੋ ਖਬਰਾਂ ਪਰੋਸ ਰਹੇ ਨੇ ਉਹ ਬੀਜੇਪੀ ਪੱਖੀ ਨੇ। ਅਸੀਂ ਜਦੋਂ ਸੁਣਦੇ ਹਾਂ ਤਾਂ ਸਾਡਾ ਵੀ ਕਿਤੇ ਨਾ ਕਿਤੇ ਅਵਚੇਤਨ ਮਨ ਉਵੇਂ ਹੋ ਜਾਂਦਾ ਹੈ। ਸਾਨੂੰ ਬੌਧਿਕਤਾ ਤੋਂ ਕੰਮ ਲੈਣਾ ਚਾਹੀਦਾ ਹੈ, ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ। ਪੜ੍ਹੇ ਲਿਖੇ ਹੋਣ ਦਾ ਤਾਂ ਇਹੀ ਫਾਇਦਾ ਹੈ ਕਿ ਅਸੀਂ ਆਪਦੇ ਦਿਮਾਗ ਨਾਲ ਆਪਣਾ ਬੰਦਾ ਵਧੀਆ ਚੁਣੀਏ, ਨਵਾਂ ਨਿਜ਼ਾਮ ਲਿਆਈਏ ਤਾਂ ਜੋ ਭਾਰਤ ਦੇ ਵਿੱਚ ਬਦਹਾਲੀ ਦੂਰ ਹੋ ਸਕੇ, ਗੁਰਬਤ ਤੋਂ ਛੁਟਕਾਰਾ ਮਿਲ ਸਕੇ। ਤਾਂ ਮਨਦੀਪ, ਇੱਕ ਗੱਲ ਹੋਰ ਹੈ ਨਾ ਮੈਂ ਪੁੱਛਣੀ ਚਾਹੂੰਗਾ ਕਿ ਜਿਹੜੇ ਸਾਡੇ ਨੌਜਵਾਨ ਉਹ ਬਾਹਰ ਜਾ ਕੇ ਰੋਲਣ ਲਈ ਮਜਬੂਰ ਨੇ, ਤਾਂ ਉੱਥੋਂ ਦੇ ਜਿਹੜੇ ਨੌਜਵਾਨ ਆ ਕਿਤੇ ਨਾ ਕਿਤੇ ਉਹਨਾਂ ਦੇ ਰੁਜ਼ਗਾਰ 'ਚ ਵੀ ਕਮੀ ਆਈ ਹੈ। ਤਾਂ ਸਾਰੀ ਉਮਰ ਹੈ ਨਾ ਸਾਡੇ ਨੌਜਵਾਨ ਤਾਂ ਬਾਹਰ ਜਾ ਨਹੀਂ ਸਕਦੇ, ਤਾਂ ਇਹਦਾ ਕੀ ਹੋਰ ਤੋੜ ਜਿਹੜਾ ਲੱਭਿਆ ਜਾ ਸਕਦਾ ਜਿਹੜੇ ਰੁਜ਼ਗਾਰ ਦੇ ਮੌਕੇ ਪੰਜਾਬ ਜਾਂ ਭਾਰਤ ਦੇ ਵਿੱਚ ਹੀ ਪੈਦਾ ਕੀਤੇ ਜਾਣ? ਦੇਖੋ, ਬਾਹਰ ਜਾਂਦਾ ਹੈ ਜਦੋਂ ਨੌਜਵਾਨ ਆਪਣਾ, ਉੱਥੇ ਲੋ ਸਟੀਮ ਕੰਮ ਹੀ ਕਰਦਾ ਹੈ, ਲੋ ਪ੍ਰਸਟੀਜ ਕੰਮ ਹੀ ਕਰਦਾ ਹੈ। ਇੱਕ ਅਮਰੀਕਾ ਦੇ TV ਚੈਨਲ ਨੇ ਦੱਸਿਆ ਸੀ ਕੁਝ ਦਿਨ ਪਹਿਲਾਂ ਕਿ ਜੋ ਪੰਜਾਬੀ ਤਬਕਾ ਹੈ ਨਾ, ਇੱਥੇ ਆ ਕੇ ਘਟੀਆ ਤਰ੍ਹਾਂ ਦੇ ਕੰਮ, ਉਹ ਘਟੀਆ ਕਹਿੰਦੇ ਨੇ ਇਹਨੂੰ, ਆਪਾਂ ਨਹੀਂ ਘਟੀਆ ਕਹਿ ਸਕਦੇ ਕਿਸੇ ਵੀ ਕੰਮ ਨੂੰ, ਉਹ ਕਹਿੰਦੇ ਨੇ ਇੱਥੇ ਘਟੀਆ ਕੰਮ ਕਰਦੇ ਨੇ, ਪੀਜ਼ਾ ਵੰਡ ਲਿਆ, ਹੋਟਲਾਂ 'ਚ ਲੱਗ ਗਏ, ਭਾਂਡੇ ਸਾਫ਼ ਕਰ ਲਏ, ਅਤੇ ਜਾਂ ਟਰੱਕ ਡਰਾਈਵਰ ਬਣ ਗਏ। ਦੇਖੋ, ਇੱਕ ਅਮਰੀਕਾ ਦੇ ਜੋ ਲੋਕਲ ਨਾਗਰਿਕ ਨੇ ਨਾ, ਉਹ ਟਰੱਕ ਡਰਾਈਵਰ ਬਣਨ ਨੂੰ ਤਿਆਰ ਹੀ ਨਹੀਂ। ਉਹ ਸਾਰੀ ਪੰਜਾਬੀਆਂ ਦੇ ਲਈ ਵੈਕੈਂਸੀ ਪਈ ਹੈ, ਜਿੰਨੇ ਮਰਜ਼ੀ ਪੰਜਾਬੀ ਆਈ ਜਾਂਦੇ ਟਰੱਕ ਡਰਾਈਵਰ ਬਣੇ ਜਾਣ। ਉਹਦੇ ਮੁਕਾਬਲੇ ਦੱਖਣੀ ਭਾਰਤ ਦੇ ਲੋਕ ਜੋ ਅਮਰੀਕਾ ਦੇ ਵਿੱਚ ਗਏ ਨੇ, ਉਹ ਜਾਂ ਤਾਂ ਸਾਇੰਟਿਸਟ ਨੇ, ਜਾਂ ਉਹ ਇੰਜੀਨੀਅਰ ਨੇ, ਜਾਂ ਡਾਕਟਰ ਨੇ, ਉਹਨਾਂ ਦੀ ਇੰਗਲਿਸ਼ ਵੀ ਬੜੀ ਵਧੀਆ। ਅਤੇ ਪੰਜਾਬੀਆਂ ਦੇ ਬਾਰੇ ਵਿੱਚ ਮੈਂ ਗੱਲ ਕਰਾਂ, ਆਪਾਂ ਨੂੰ ਮਿਆਰ ਚੱਕਣ ਦੀ ਲੋੜ ਹੈ। ਆਪਾਂ ਨੂੰ ਮੈਥ, ਸਾਇੰਸ ਅਤੇ ਇੰਗਲਿਸ਼, ਇਹਨਾਂ ਦੇ ਖਾਸ ਤੌਰ 'ਤੇ ਤਵੱਜੋ ਦੇਣ ਦੀ ਲੋੜ ਹੈ, ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਅਸੀਂ ਰੁਜ਼ਗਾਰ ਦੇ ਮੌਕੇ ਭਾਰਤ ਵਿੱਚ ਕਿਤੇ ਵੀ ਪ੍ਰਾਪਤ ਕਰ ਸਕੀਏ, ਦੁਨੀਆ ਵਿੱਚ ਕਿਤੇ ਵੀ ਪ੍ਰਾਪਤ ਕਰ ਸਕੀਏ। ਪੰਜਾਬ ਵਿੱਚ ਅਗਰ ਕੋਈ ਇੰਡਸਟਰੀ ਲੱਗਦੀ ਹੈ ਫੋਰਨ ਦੀ, FDI ਪੈਂਦੀ ਹੈ, ਤਾਂ ਉਹਦੇ ਵਿੱਚ ਸਾਨੂੰ ਲੋਕਲ ਬੰਦਿਆਂ ਨੂੰ ਨੌਕਰੀ ਮਿਲ ਸਕੇ। ਅਸੀਂ ਮੈਨੇਜਮੈਂਟ ਦੇ ਕੋਰਸ ਕੀਤੇ ਹੋਣ ਵੱਡੇ ਵੱਡੇ ਇੰਸਟੀਟਿਊਸ਼ਨਾਂ ਤੋਂ, ਸਾਨੂੰ ਰੁਜ਼ਗਾਰ ਮਿਲੇਗਾ। ਜੋ ਇੰਡਸਟਰੀ ਨਹੀਂ ਹੈ, FDI ਨਹੀਂ ਆ ਰਹੀ ਬਾਹਰੋਂ, ਅਤੇ ਸਾਡੇ ਕੋਲ ਸਕਿੱਲ ਵੀ ਉਨੀ ਨਹੀਂ ਹੈ, ਤਾਂ ਫਿਰ ਨੁਕਸਾਨ ਤਾਂ ਹੋਣਾ ਸੁਭਾਵਿਕ ਹੈ ਨਾ। ਮਨਦੀਪ, ਇੱਕ ਹੋਰ ਸਵਾਲ ਹੈ ਜਿਹੜਾ, ਗੁਜਰਾਤ ਵੀ ਇੱਕ ਸਰਹੱਦੀ ਸੂਬਾ ਹੈ, ਉੱਥੇ ਦਾ ਕੇਂਦਰ ਸਰਕਾਰ ਜਿਹੜਾ ਆ ਇੰਡਸਟਰੀ ਲਗਾਤਾਰ ਖੋਲ੍ਹ ਰਹੀ ਆ, ਇੰਡਸਟਰੀ ਦਾ ਹੱਬ ਬਣਿਆ ਹੋਇਆ ਉਹ, ਪਰ ਪੰਜਾਬ ਦੇ ਵਿੱਚ ਇੰਡਸਟਰੀ ਕਿਉਂ ਨਹੀਂ ਪੈਦਾ ਕੀਤੀ ਜਾ ਰਹੀ? ਇਹਦੇ ਪਿੱਛੇ ਸਰਕਾਰ ਦੀ ਕੋਈ ਕੂਟਨੀਤੀ ਤਾਂ ਨਹੀਂ? ਗੁਜਰਾਤ ਪਾਕਿਸਤਾਨ ਨਾਲ ਲੱਗਦਾ ਹੋਣ ਦੇ ਨਾਲ ਨਾਲ ਸਮੁੰਦਰ ਨਾਲ ਵੀ ਲੱਗਦਾ ਹੈ। ਸਮੁੰਦਰ ਨਾਲ ਕਾਫੀ ਵੱਡਾ ਏਰੀਆ ਉਹਨਾਂ ਦਾ, ਕਾਫੀ ਮੈਨੂੰ ਲੱਗਦਾ 400-500 ਕਿਲੋਮੀਟਰ ਜੋ ਉਹਨਾਂ ਦਾ ਕੋਸਟਲ ਏਰੀਆ। ਕੋਸਟਲ ਏਰੀਆ ਹੋਣ ਕਰਕੇ ਜੋ ਅਰਬ ਕੰਟਰੀ ਤੋਂ ਤੇਲ ਆਉਂਦਾ ਹੈ, ਉੱਥੇ ਵੱਡੇ ਵੱਡੇ ਡੈਕ ਬਣੇ ਹੋਏ ਆ ਜਹਾਜ਼ ਲੱਗਣ ਦੇ, ਉਹਨਾਂ ਦਾ ਆ ਜਾਂਦਾ ਹੈ। ਉੱਥੇ ਜਾਮਨਗਰ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਰਿਫਾਈਨਰੀ ਅੰਬਾਨੀ ਦੀ ਬਣਾਈ ਹੋਈ ਹੈ, ਜਾਂ ਅਹਿਮਦਾਬਾਦ ਤੱਕ, ਹੋਰ ਵੱਡੇ ਸ਼ਹਿਰਾਂ ਸੂਰਤ ਤੱਕ ਬਹੁਤ ਵੱਡੀ ਇੰਡਸਟਰੀ ਹੈ। ਇੱਕ ਤਾਂ ਉਹਨਾਂ ਨੂੰ ਕੱਚਾ ਮਾਲ ਉੱਥੋਂ ਮਿਲ ਜਾਂਦਾ ਹੈ। ਗੁਜਰਾਤ ਦੇ ਵਿੱਚ ਕੀ ਹੈ, ਕਪਾਹ ਨਰਮਾ ਬਹੁਤ ਹੁੰਦਾ ਹੈ, ਕੱਚਾ ਮਾਲ ਮਿਲ ਗਿਆ। ਫਿਰ ਕੀ ਹੈ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ 'ਚੋਂ ਉਹਨਾਂ ਨੂੰ ਕੋਲਾ ਜਾਂ ਹੋਰ ਜੋ ਥੱਲੋਂ ਜ਼ਮੀਨ 'ਚੋਂ ਨਿਕਲਦੇ ਪਦਾਰਥ ਜੋ ਇੰਡਸਟਰੀ ਨੂੰ ਚਾਹੀਦੇ ਹੁੰਦੇ ਨੇ, ਕਿਸੇ ਵੀ ਇੰਡਸਟਰੀ ਨੂੰ, ਉਹ ਮਿਲ ਜਾਂਦੇ ਨੇ। ਪਰ ਪੰਜਾਬ ਦੇ ਕੋਲੇ ਕੁਦਰਤੀ ਸਰੋਤ ਹੈ ਹੀ ਨਹੀਂ ਕੋਈ। ਪੰਜਾਬ ਕੋਲੇ ਪਾਣੀ ਹੈ ਅਤੇ ਰੇਤਾ ਹੈ, ਅਤੇ ਇਸ ਕਰਕੇ ਪੰਜਾਬ ਪਛੜਿਆ ਹੋਇਆ। ਪਰ ਪੰਜਾਬ, ਜਿਵੇਂ ਆਪਾਂ ਗੱਲ ਕੀਤੀ ਹੈ ਪਹਿਲਾਂ ਵੀ ਗੁਜਰਾਤ ਪਾਕਿਸਤਾਨ ਨਾਲ ਲੱਗਦਾ ਹੋਣ ਦੇ ਬਾਵਜੂਦ ਵੀ, ਸਮੁੰਦਰ ਨਾਲ ਲੱਗਦਾ ਹੋਣ ਕਰਕੇ ਉਸ ਚੀਜ਼ ਦਾ ਫਾਇਦਾ ਲੈ ਗਿਆ। ਪਰ ਪੰਜਾਬ ਇੱਕ ਲੈਂਡ ਲੋਕ ਸਟੇਟ ਹੈ, ਜਿਸ ਨਾਲ ਸਮੁੰਦਰ ਤਾਂ ਲੱਗਦਾ ਨਹੀਂ। ਉਸ ਲਈ ਤਾਂ ਅਗਰ ਨਾਰਥ ਦੇ ਬਾਰਡਰ ਖੁੱਲ੍ਹਣਗੇ ਤਾਂ ਹੀ ਉਸ ਦੀ ਖੁਸ਼ਹਾਲੀ, ਇਕੱਲੇ ਪੰਜਾਬ ਦੀ ਨਹੀਂ, ਹਰਿਆਣੇ ਦੀ ਵੀ ਗੱਲ ਕਰ ਸਕਦੇ ਹਾਂ, ਰਾਜਸਥਾਨ ਦੀ ਵੀ ਕਰ ਸਕਦੇ ਹਾਂ, ਹਿਮਾਚਲ, ਜੰਮੂ, ਸਾਰੀਆਂ ਸਟੇਟਾਂ ਦੀ ਗੱਲ ਕਰ ਸਕਦੇ ਹਾਂ। ਇਹ ਖੁਸ਼ਹਾਲੀ ਦੇ ਦੌਰ ਵੱਲ ਵਧਣਗੇ। ਆਪਣੀਆਂ ਸਟੇਟਾਂ ਬਾਰੇ ਅਗਰ PM ਅਜਿਹੇ ਫੈਸਲੇ ਲੈ ਸਕਦੇ ਨੇ, ਉਹਨਾਂ ਲੋਕਾਂ ਦੀ ਖੁਸ਼ਹਾਲੀ ਲਈ ਲੈ ਸਕਦੇ ਨੇ, ਤਾਂ ਉਹਨਾਂ ਨੂੰ ਦਿਲ 'ਤੇ ਪੱਥਰ ਰੱਖ ਕੇ ਆਪਣੀਆਂ ਗੁਆਂਢੀ ਸਟੇਟਾਂ ਦੇ ਨਾਲ ਵੀ ਸੰਬੰਧ ਸੁਧਾਰਨੇ ਚਾਹੀਦੇ ਨੇ। ਇਹੀ ਸਾਡੇ ਹੱਕ ਦੇ ਵਿੱਚ ਨੇ, ਸਾਰਿਆਂ ਦੇ, ਪੂਰੇ ਸਭ ਕੌਂਟੀਨੈਂਟ, ਜੋ ਆਪਣਾ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਨੇਪਾਲ, ਇਹਨਾਂ ਸਾਰਿਆਂ ਦੇ ਪੱਖ ਵਿੱਚ ਜਾਵੇਗਾ। ਤਾਂ ਮਨਦੀਪ, ਆਪਣੇ ਇਸ ਤੋਂ ਪਹਿਲਾਂ ਗੱਲਬਾਤ ਹੋਈ ਸੀ ਕਿ ਜਿਹੜੇ ਸਾਡੇ ਪੰਜਾਬੀ ਨੌਜਵਾਨ ਨੇ ਉਹ ਬਾਹਰ ਤਾਂ ਹੈ ਨਾ ਪੀਜ਼ਾ ਡਿਲੀਵਰੀ ਕਰਨ ਦੇ ਲਈ ਰਾਜ਼ੀ ਨੇ, ਉੱਥੇ ਟਰੱਕ ਡਰਾਈਵਰੀ ਕਰਨ ਦੇ ਲਈ ਰਾਜ਼ੀ ਨੇ, ਪਰ ਪੰਜਾਬ ਦੇ ਵਿੱਚ ਉਹ ਕੰਮ ਕਰਨ ਦੇ ਲਈ ਰਾਜ਼ੀ ਨਹੀਂ ਆ। ਪੰਜਾਬ ਦੇ ਵਿੱਚ ਉਹ ਫੈਸ਼ਨ ਪ੍ਰਸਤੀ ਵੱਲ ਜਿਹੜਾ ਆ ਪਹਿਲ ਦਿੰਦੇ ਆ। ਕੀ ਮਤਲਬ ਉਹ ਇਸ ਚੀਜ਼ ਨੂੰ ਲੈ ਕੇ ਹੈ ਨਾ ਉਹਨਾਂ ਦੀ ਈਗੋ ਨੂੰ ਠੇਸ ਵੱਜਦੀ ਆ? ਉੱਥੇ ਤਾਂ ਉਹ ਕੰਮ ਕਰ ਰਹੇ ਨੇ, ਇੱਥੇ ਕਿਉਂ ਨਹੀਂ ਕਰ ਰਹੇ? ਇਹਦੇ ਪਿੱਛੇ ਕੀ ਕਾਰਨ? ਦੇਖੋ, ਆਪਣੇ ਪੰਜਾਬ ਦਾ ਨੌਜਵਾਨ ਜਦੋਂ ਖੇਤਾਂ ਵਿੱਚ ਮਸ਼ੀਨੀਕਰਨ ਹੋਇਆ ਅਤੇ ਮਿਹਨਤ ਦੀ ਜ਼ਿਆਦਾ ਲੋੜ ਪਈ ਨਹੀਂ,
ਤੇ ਔਖੇ ਇੱਕ ਟਰੈਕਟਰ ਹੀ ਸਾਰਾ ਕੰਮ ਕਰੀ ਜਾਂਦਾ। ਹੁਣ ਤਾਂ ਸਭ ਕੁਛ ਹੀ ਟਰੈਕਟਰ ਤੇ ਮਸ਼ੀਨਾਂ ਇਹੋ ਜਿਹੀਆਂ ਆ ਗਈਆਂ ਕਿ ਬੰਦੇ ਨੂੰ ਥੱਲੇ ਪੈਰ ਲਾਉਣ ਦੀ ਵੀ ਲੋੜ ਨਹੀਂ। ਤੇ ਇਹਨਾਂ ਨੇ ਕੀ ਕੀਤਾ, ਆਪਣੇ ਕਿਸਾਨਾਂ ਦੇ ਪੁੱਤਰਾਂ ਨੇ ਚਿੱਟੇ ਕੁੜਤੇ ਪਜਾਮੇ ਪਾ ਕੇ ਇੱਕ ਅੱਧਾ ਸੀਰੀ ਰੱਖ ਲਿਆ, ਬਈਆ ਰੱਖ ਲਿਆ, ਤੇ ਉਹ ਤੋਂ ਕੰਮ ਕਰਵਾਉਣੇ ਸ਼ੁਰੂ ਕਰ ਦਿੱਤੇ। ਉਹ ਆਦਤ ਹੌਲੀ ਹੌਲੀ ਵਿਗੜ ਗਈ ਤੇ ਉਹ ਫਿਰ ਕੰਮ ਕਰਨ ਦੀ ਜੋ ਆਦਤ ਹੈ ਉਹ ਚਲੀ ਗਈ, ਤੇ ਕਿਸਾਨ ਦਾ ਹੁਣ ਪੁੱਤ ਕੰਮ ਕਰਨਾ ਪਸੰਦ ਨਹੀਂ ਕਰਦਾ। ਫਿਰ ਪੰਜਾਬ ਦੇ ਵਿੱਚ ਨਾ ਇੱਕ ਵੱਡੇ ਤੇ ਛੋਟੇ ਕੰਮ ਦਾ ਬਹੁਤ ਵੱਡਾ ਪਾੜਾ ਇੱਥੇ ਤਾਂ ਬਣਿਆ ਹੋਇਆ, ਬਾਹਰ ਜਾ ਕੇ ਪਤਾ ਨਹੀਂ ਕਿਵੇਂ ਸਮਝੌਤਾ ਕਰਦੇ ਨੇ ਪੰਜਾਬੀ ਲੋਕ। ਉਹ ਪਾੜਾ ਕੀ ਹੈ ਵੀ ਅਗਰ ਤੁਸੀਂ ਰੇਹੜੀ ਲਾਓਗੇ, ਸਬਜ਼ੀ ਵੇਚੋਗੇ, ਤਾਂ ਪਤਾ ਨਹੀਂ ਲੋਕ ਕੀ ਕਹਿਣਗੇ। ਆਪਣੇ ਗ੍ਰੰਥਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਕਿ ਕੋਈ ਕੰਮ ਦੇ ਵਿੱਚ ਵੱਡਾ ਛੋਟਾ ਕੰਮ ਨਹੀਂ ਹੈ, ਤੁਸੀਂ ਸਾਰੇ ਤਰ੍ਹਾਂ ਦੇ ਕੰਮ ਕਰ ਸਕਦੇ ਹੋ। ਪਰ ਨੌਜਵਾਨ ਨੂੰ ਇਹ ਗੱਲ ਸਮਝ ਨਹੀਂ ਆ ਰਹੀ। ਮੈਂ ਸਮਝਦਾ ਕਿ ਪੰਜਾਬ ਦੇ ਨੌਜਵਾਨ ਨੂੰ ਅਗਰ ਬਚਣਾ ਹੈ ਅਸੀਂ, ਤਾਂ ਸਾਡੀ ਸਿੱਖਿਆ ਦੇ ਵਿੱਚ ਸੁਧਾਰ ਕਰਕੇ ਪਹਿਲੀ ਜਮਾਤ ਤੋਂ ਬੱਚਿਆਂ ਨੂੰ ਨੈਤਿਕ ਸਿੱਖਿਆ ਵੱਲ ਤੋਰਨਾ ਚਾਹੀਦਾ ਹੈ। ਨੈਤਿਕ ਸਿੱਖਿਆ ਅਜਿਹੀ ਕਿ ਜਿਵੇਂ ਕੰਮ ਕੋਈ ਕਰ ਸਕਦੇ ਹੋ ਤੁਸੀਂ, ਤੁਹਾਨੂੰ ਕੋਈ ਨਹੀਂ ਬੋਲਣ ਵਾਲਾ, ਕੋਈ ਨਹੀਂ ਕਹਿਣ ਵਾਲਾ, ਕਹਿੰਦਾ ਕੋਈ ਨਹੀਂ ਹੁੰਦਾ। ਇਹ ਬੰਦੇ ਨੂੰ ਅੰਦਰ ਅੰਦਰ ਹੀ ਸ਼ਰਮ ਹੁੰਦੀ ਹੈ। ਸਾਡਾ ਸਿਸਟਮ ਜਿਹਾ ਇਹੋ ਜਿਹਾ ਬਣ ਗਿਆ। ਸਾਨੂੰ ਸਕੂਲ ਤੋਂ ਟੀਚਰ ਅਗਰ ਸਿੱਖਿਆ ਦੇਣੀ ਸ਼ੁਰੂ ਕਰੇਗਾ, ਮਾਂ ਪਿਓ ਘਰ ਵਿੱਚ ਇਹ ਸਿੱਖਿਆ ਦੇਣੀ ਸ਼ੁਰੂ ਕਰੇਗਾ ਵੀ ਕਮਾਈ ਆਉਣੀ ਚਾਹੀਦੀ ਹੈ ਨਾ, ਕੰਮ ਕੋਈ ਵੀ ਹੋਵੇ। ਭਈਏ ਇੱਥੇ ਆ ਕੇ, ਯੂਪੀ ਬਿਹਾਰ ਦੇ ਲੋਕ ਇੱਥੇ ਆ ਕੇ ਕਾਮਯਾਬ ਹੋ ਕੇ ਪੈਸਾ ਘਰ ਵੀ ਭੇਜਦੇ ਨੇ, ਇੱਥੇ ਵੀ ਕਿਰਾਏ 'ਤੇ ਰਹਿੰਦੇ ਨੇ, ਬੱਚੇ ਪਾਲਦੇ ਨੇ। ਉਹ ਤਾਂ ਉੱਥੇ ਇਹੀ ਗੱਲ ਆ ਨਾ ਵੀ ਭਈਏ ਇੱਥੇ ਆ ਰਹੇ ਨੇ ਤਾਂ ਪੰਜਾਬੀ ਜਿਹੜੇ ਆ ਉਹ ਕੈਨੇਡਾ ਜਾ ਰਹੇ ਨੇ, ਹੈ ਨਾ, ਉਹ ਵੀ ਇੱਥੇ ਹੀ ਘੱਲ ਰਹੇ ਨੇ। ਇੱਦਾਂ ਹੈ ਨਾ, ਜਿਹੜਾ ਆ ਜਵਾਨੀ ਜਿਹੜੀ ਆ ਉਹ ਨਿਵੇਸ਼ ਕਰ ਰਹੀ ਆ, ਹੈ ਨਾ। ਭਈਏ ਇੱਥੇ ਆ ਰਹੇ ਨੇ ਤੇ ਪੰਜਾਬੀ ਜਿਹੜੇ ਆ ਉੱਥੇ ਜਾ ਰਹੇ ਨੇ। ਪੰਜਾਬ ਦੀ ਜੋਗ੍ਰਾਫੀ ਹੈ, ਜੋ ਵਸੋਂ ਦਾ ਜਿਵੇਂ ਕਹਿ ਸਕਦੇ ਹਾਂ ਡੈਮੋਗ੍ਰਾਫੀ ਹੁੰਦੀ ਹੈ, ਇਹ ਚੇਂਜ ਹੋਣ ਵਾਲੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਪੰਜਾਬੀ ਬੱਚਾ ਤਾਂ ਬਾਹਰ ਜਾ ਰਿਹਾ ਹੈ। ਕਰੀਬ 1 ਸਾਲ ਦੇ ਵਿੱਚ 90,000 ਤੋਂ ਲੈ ਕੇ ਲੱਖ ਬੱਚਾ ਬਾਹਰ ਚਲਾ ਜਾਂਦਾ ਹੈ। ਉਹਨਾਂ ਦੀ ਜਗ੍ਹਾ ਭਰਨ ਦੇ ਲਈ ਯੂਪੀ ਬਿਹਾਰ ਤੋਂ ਲੋਕ ਆ ਰਹੇ ਨੇ। ਪੰਜਾਬ ਆਉਣ ਵਾਲੇ 20-25 ਸਾਲਾਂ ਦੇ ਵਿੱਚ ਉਹ ਮਾਰਸ਼ਲ ਕੌਮ ਨਹੀਂ ਰਹੇਗਾ, ਕਿਉਂਕਿ ਉਹ ਯੂਪੀ ਬਿਹਾਰ ਤੋਂ ਆਉਣ ਵਾਲੇ ਲੋਕ ਇੱਥੋਂ ਦੇ ਲੋਕਾਂ ਨਾਲ ਹੀ ਵਿਆਹ ਸ਼ਾਦੀਆਂ ਰਚਾ ਰਹੇ ਨੇ, ਇੱਥੋਂ ਦੀ ਪੰਜਾਬੀ ਸਿੱਖ ਰਹੇ ਨੇ, ਇੱਥੋਂ ਦੇ ਹੀ ਪੰਜਾਬੀ ਹੋ ਕੇ ਰਹਿ ਰਹੇ ਨੇ। ਤਾਂ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਘਾਟਾ ਸਹਿਣਾ ਪਊਗਾ ਇਸ ਚੀਜ਼ ਦਾ। ਤਾਂ ਮਨਦੀਪ, ਮੇਰਾ ਆਖਰੀ ਸਵਾਲ ਹੈ ਤੁਹਾਨੂੰ ਕਿ ਆਉਣ ਵਾਲੇ ਸਮੇਂ 'ਚ ਪੰਜਾਬੀਆਂ ਨੂੰ ਜਾਂ ਪੰਜਾਬ ਦੇ ਨੀਤੀਵਾਨਾਂ ਨੂੰ ਕੀ ਉਪਰਾਲੇ ਕਰਨ ਦੀ ਲੋੜ ਹੈ, ਜਿਹੜੇ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ ਅਤੇ ਪੰਜਾਬ ਦੀ ਜਿਹੜੀ ਜਵਾਨੀ ਆ ਉਹਨੂੰ ਬਚਾਇਆ ਜਾ ਸਕੇ, ਅਤੇ ਇੱਥੇ ਹੀ ਉਹਨਾਂ ਨੂੰ ਕੋਈ ਨਾ ਕੋਈ ਕੰਮ ਜਿਹੜਾ ਮੁਹੱਈਆ ਕਰਾਇਆ ਜਾ ਸਕੇ। ਦੇਖੋ, ਕੈਨੇਡਾ ਦੇ ਵਿੱਚ ਵੀ ਨਾ ਸਰਕਾਰੀ ਸੰਸਥਾਵਾਂ ਘੱਟ ਹੀ ਨੇ। ਇੱਕ ਫੌਜ ਹੈ, ਇੱਕ ਪੁਲਿਸ ਹੈ, ਸ਼ਾਇਦ 1-2 ਹੋਰ। ਪੰਜਾਬ ਦੇ ਵਿੱਚ ਵੀ ਕਿਉਂਕਿ ਵਿਸ਼ਵੀਕਰਨ ਹੋ ਰਿਹਾ ਨਾ, ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਸਰਕਾਰਾਂ ਇੱਕ ਦੂਜੀ ਤੋਂ ਸਿੱਖਦੀਆਂ ਨੇ। ਪ੍ਰਾਈਵੇਟਾਈਜੇਸ਼ਨ ਤਾਂ ਹੋਵੇਗੀ, ਸਰਕਾਰੀ ਨੌਕਰੀਆਂ ਤਾਂ ਘਟਣਗੀਆਂ, ਪਰ ਸਰਕਾਰ ਕੈਨੇਡਾ ਦੇ ਵਿੱਚ ਕੀ ਹੈ, ਗਲ 'ਚ ਅੰਗੂਠਾ ਦੇ ਕੇ ਰੱਖਦੀ ਹੈ ਸਰਕਾਰ ਪ੍ਰਾਈਵੇਟ ਸੰਸਥਾ ਦੇ ਵੀ ਪਰ ਆਵਰ ਇੰਨੇ ਪੈਸੇ ਹੈ, 13 ਰੁਪਏ ਹੈ, 14 ਰੁਪਏ ਹੈ, ਇਦੋਂ ਘੱਟ ਨਹੀਂ ਤੂੰ ਦੇ ਸਕਦਾ। ਜੇ ਤੂੰ ਘੱਟ ਦੇਂਗਾ ਤਾਂ ਤੇਰਾ ਕੰਮ ਬੰਦ ਕਰ ਦਿਆਂਗੇ। ਪਰ ਪੰਜਾਬ ਦੇ ਵਿੱਚ ਉਹੋ ਜਿਹੀ ਕੋਈ ਰੈਗੂਲੇਸ਼ਨ ਹੈ ਹੀ ਨਹੀਂ। ਜੇ ਹੁੰਦੀ ਵੀ ਆ ਤਾਂ ਉਹ 'ਤੇ ਅਫਸਰ ਪੈਰ ਵੀ ਨਹੀਂ ਕਰਦਾ, ਮਗਰ ਕੋਈ ਧਿਆਨ ਰੱਖਣ ਵਾਲਾ, ਸੰਭਾਲ ਕਰਨ ਵਾਲਾ ਤਾਂ ਹੋਵੇ। ਪੰਜਾਬ ਦੇ ਵਿੱਚ ਨਿਸ਼ਚਿਤ ਤੌਰ 'ਤੇ ਅਗਰ ਇੰਡਸਟਰੀ ਖੁੱਲ੍ਹਦੀ ਹੈ ਜਾਂ ਜੋ ਜਿੰਨੀ ਕੁ ਹੈਗੀ ਹੈ, ਮੌਲ ਹੈ, ਦੁਕਾਨਾਂ ਨੇ, ਸਕੂਲ ਨੇ ਜਾਂ ਹੋਰ ਨਿੱਕੀਆਂ ਫੈਕਟਰੀਆਂ ਨੇ, ਸਰਕਾਰ ਨੂੰ ਉੱਥੇ ਜੋ ਕੰਮ ਕਰਦੇ ਲੋਕ ਨੇ ਉਹਨਾਂ ਨੂੰ ਵਧੀਆ ਪਗਾਰ ਦਿਵਾਉਣੀ ਚਾਹੀਦੀ ਹੈ। 15-20 ਰੁਪਏ ਅਗਰ ਕਿਸੇ ਨੂੰ ਮਿਲਦਾ ਹੈ ਅੱਜ ਦੇ ਟਾਈਮ ਦੇ ਵਿੱਚ ਤਾਂ ਉਹ ਗੁਜ਼ਾਰਾ ਕਰ ਲਵੇਗਾ, ਉਹਨੂੰ ਬਾਹਰ ਧੱਕੇ ਖਾਣ ਦੀ ਕੋਈ ਲੋੜ ਨਹੀਂ ਹੈ। ਸਰਕਾਰਾਂ ਨੂੰ ਉਪਰਾਲੇ ਕਰਨੇ ਚਾਹੀਦੇ ਨੇ, ਗਲ 'ਚ ਅੰਗੂਠਾ ਦੇ ਕੇ ਇਹਨਾਂ ਦੇ ਪੈਸੇ ਦਿਵਾਓ ਲੋਕਾਂ ਨੂੰ, ਫਿਰ ਹੀ ਸਾਡਾ ਲੋਕ ਇੱਥੇ ਰਹਿਣਗੇ, ਫਿਰ ਹੀ ਲੋਕ ਬਚਣਗੇ। ਕਿਉਂਕਿ ਪੰਜਾਬ ਦੇ ਵਿੱਚ ਕੀ ਹੈ ਨਾ, ਭਾਰਤ ਵਿੱਚ ਹੀ ਕਹਿ ਲਓ, ਜੋ ਇੰਡਸਟਰੀਅਲਿਸਟ ਹੈ, ਵੱਡਾ ਬਿਜ਼ਨਸਮੈਨ ਹੈ, ਉਹ ਕਹਿੰਦਾ ਵੀ ਮੈਨੂੰ ਨਾ 100% ਜੋ 100 ਰੁਪਇਆ ਆਮਦਨ ਹੋ ਰਹੀ ਹੈ ਨਾ, ਉਹਦੇ ਵਿੱਚੋਂ 70 ਮੇਰੀ ਜੇਬ 'ਚ ਚਲੇ ਜਾਣ, ਬਾਕੀ 30 ਮੈਂ ਤਨਖਾਹਾਂ 'ਚ ਵੰਡ ਦੇਵਾਂ। ਪਰ ਬਾਹਰ ਕੀ ਹੈ, ਉੱਥੋਂ ਦੇ ਇੰਡਸਟਰੀਅਲਿਸਟ ਸੋਚਦੇ ਆ ਵੀ ਅਗਰ 100 ਰੁਪਇਆ ਆਮਦਨ ਹੋ ਰਹੀ ਹੈ ਤਾਂ 30-40 ਠੀਕ ਆ ਉਹਦੀ ਜੇਬ 'ਚ ਜਾਂਦੇ ਆ, ਬਾਕੀ 60% ਉਹ 60 ਰੁਪਈਏ ਉਹ ਲੋਕਾਂ ਨੂੰ ਤਨਖਾਹਾਂ ਦੇ ਰੂਪ 'ਚ ਵੰਡਦੇ ਆ। ਉਹੀ ਚੀਜ਼ ਪੰਜਾਬ ਵਿੱਚ ਲਿਆਉਣ ਦੀ ਲੋੜ ਹੈ। ਕੋਈ ਵੱਡੀ ਮੁਸ਼ਕਲ ਦੀ ਗੱਲ ਨਹੀਂ। ਅਗਰ ਸਰਕਾਰ ਦੇ ਪੰਜਾਬ 117 ਦੇ ਵਿੱਚੋਂ 60 ਬੰਦੇ ਸਰਕਾਰ ਚੁਣ ਲੈਂਦੇ ਨੇ, ਅਗਰ ਉਹ 60 ਬੰਦੇ ਸਹੀ ਹੋ ਕੇ ਚੱਲ ਪੈਣ, 3 ਲੱਖ ਪੰਜਾਬੀਆਂ ਨੂੰ, 3 ਕਰੋੜ ਪੰਜਾਬੀਆਂ ਨੂੰ ਠੀਕ ਹੋਣ ਦੀ ਲੋੜ ਨਹੀਂ, ਉਹ 60 ਬੰਦੇ ਠੀਕ ਚੁਣ ਲੈਣਾ ਸੀ ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਨੂੰ ਫਿਰ ਸੋਨੇ ਚਿੜੀ ਬਣਾ ਦੇਵਾਂਗੇ। ਤਾਂ ਇਹ ਸੀਗੇ ਬਾਈ ਮਨਦੀਪ ਸਿੰਘ ਗਿੱਲ ਜੀ, ਜਿਨ੍ਹਾਂ ਨੇ ਬੇਰੁਜ਼ਗਾਰੀ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ। ਇਹਨਾਂ ਨੇ ਕਿਹਾ ਕਿ ਜੇਕਰ ਪੰਜਾਬੀਆਂ ਨੇ ਰੁਜ਼ਗਾਰ ਦੇ ਮੌਕੇ ਪੈਦਾ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੀ ਜਿਹੜੀ ਜਵਾਨੀ ਆ ਉਹਨੂੰ ਵਧੇਰੇ ਸੰਕਟ ਕਾਲ 'ਚੋਂ ਗੁਜ਼ਰਨਾ ਪਊਗਾ। ਕੈਮਰਾਮੈਨ ਜਪਨੀਤ ਸਿੰਘ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ, ਜ਼ਿੰਦਾਬਾਦ ਚੈਨਲ, ਫਰੀਦਕੋਟ।